ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਹੌਲੀ ਹੌਲੀ ਮਨ ਨੂੰ ਸਹਿਜ ਦੇ ਵਿੱਚ ਲੈ ਕੇ ਜਾਣਾ। ਜਿਵੇਂ ਜਿਵੇਂ ਮਨ ਸਹਿਜ ਦੇ ਵਿੱਚ ਜਾਏਗਾ ਫਿਰ ਅੱਗੇ ਆਪਾਂ ਪ੍ਰੈਕਟੀਕਲ ਕਰਨਾ ਹੁੰਦਾ ਹੈ। ਪਹਿਲਾਂ ਸੁਣ ਤੱਕ ਮਨ ਨੂੰ ਲੈ ਕੇ ਜਾਣਾ, ਸਹਿਜ ਤੱਕ, ਫਿਰ ਅੱਗੇ ਹੌਲੀ ਹੌਲੀ। ਇਹ ਮਨ ਨੇ ਸਾਡੇ ਤਨ ਤੋਂ ਵੱਖ ਹੋਣਾ। ਜਿਹੜਾ ਤਨ ਹੈ, ਇਹ ਦੇਹੀ ਹੈ, ਇਹ ਪਾਉਣ ਦੇ ਵਿੱਚ ਪਰੋਈ ਹੋਈ ਹੈ, ਹਵਾ ਦੇ ਵਿੱਚ ਸਵਾਸ ਦੇ ਨਾਲ ਚੱਲਦੀ ਪਈ ਹੈ। ਇਹ ਮਨ ਜਿਹੜਾ ਹੈ, ਇਹਨੇ ਇਥੋਂ ਦੇਹੀ ਦੇ ਨਾਲੋਂ ਅਲੱਗ ਹੋਣਾ, ਦੇਹੀ ਦੇ ਨਾਲੋਂ ਵਿਜੋਗ ਕਰਨਾ ਹੈ। ਇਹ ਉਦੋਂ ਹੋਏਗਾ ਮਨ ਦਾ ਦੇਹੀ ਦੇ ਨਾਲ ਸੰਜੋਗ ਆ ਸਵਾਸਾਂ ਕਰਕੇ। ਇੱਕ ਤਾਂ ਅਖੀਰੀ ਸਮੇਂ ਤੇ ਸਵਾਸ ਰੁਕਣੇ ਆ ਤੇ ਉਦੋਂ ਆਪਾਂ ਸਵਾਸਾਂ ਤੋਂ ਅਲੱਗ ਹੋਣਾ। ਪਹਿਲੋਂ ਵੀ ਵਿਧੀ ਹੈ ਵੀ ਜਿਹੜੀ ਆਪਾਂ ਸਵਾਸਾਂ ਤੋਂ ਅਲੱਗ ਹੋ ਸਕਦੇ ਹਾਂ, ਵੀ ਸਵਾਸ ਚੱਲਦੇ ਰਹਿਣ, ਮਨ ਜਿਹੜਾ ਅਲੱਗ ਹੋ ਜਾਵੇ। ਤੇ ਉਹ ਵਿਧੀ ਕੁਦਰਤੀ ਤੌਰ ਤੇ ਸਾਨੂੰ ਰੋਜ਼ ਦਾ ਰੋਜ਼ ਸਹਿਜ ਸਵਾਏ ਰਾਤ ਨੂੰ ਲਵਾਈ ਜਾਂਦੀ ਹੈ। ਜਿਹੜਾ ਅਸੀਂ ਰਾਤ ਨੂੰ ਸਰੀਰ ਰਿਲੈਕਸ ਕਰ ਦਿੰਦੇ ਤੇ ਸਾਡਾ ਜਿਹੜਾ ਮਨ ਹੈ ਉਹ ਸਵਾਸਾਂ ਤੋਂ ਅਲੱਗ ਹੋ ਕੇ ਤੇ ਪਰਲੋਕ ਵਿੱਚ, ਸੁੰਨ ਵਿੱਚ ਚਲਾ ਜਾਂਦਾ। ਪਰ ਸਵਾਸਾਂ ਦੀ ਪੂੰਜੀ ਪਈ ਹੁੰਦੀ ਹੈ, ਸਵੇਰੇ ਆਣ ਕੇ ਫਿਰ ਸੰਜੋਗ ਕਰ ਲੈਂਦਾ। ਸਹਿਜ ਸੁਭਾਅ ਸਾਰਾ ਜਗਤ ਹੀ ਰਾਤ ਨੂੰ ਸੁੰਨ ਤੋਂ ਅਲੱਗ, ਸਰੀਰ ਤੋਂ ਅਲੱਗ ਹੁੰਦਾ। ਉਹ ਵਿਧੀ ਅਸੀਂ ਪ੍ਰੈਕਟੀਕਲ ਦੁਆਰਾ ਸਿੱਖਣੀ ਹੈ। ਹੁਣ ਰਾਤ ਨੂੰ ਅਲੱਗ ਹੋ ਜਾਂਦੇ, ਅਲੱਗ ਹੋ ਕੇ ਇੱਕ ਦੂਜੇ ਨੂੰ ਮਿਲਦੇ ਨਹੀਂ, ਤੇ ਫਿਰ ਉਹ ਸਵੇਰੇ ਆਣ ਕੇ ਕਹਿੰਦੇ ਵੀ ਰਾਤ ਸੁਪਨੇ 'ਚ ਮੈਨੂੰ ਤੂੰ ਮਿਲਿਆ, ਉਹ ਮਿਲਿਆ ਮੈਨੂੰ ਸੁਪਨੇ, ਤੇ ਸਰੀਰ ਤਾਂ ਤੁਹਾਡੇ ਇੱਥੇ ਪਏ ਸੀ, ਤੁਸੀਂ ਉੱਥੇ ਕਿਵੇਂ ਮਿਲੇ ਜਾ ਕੇ? ਇਹ ਵੇਖਣਾ ਹੈ, ਸੋਚਿਆ ਹੀ ਨਹੀਂ ਕਦੇ। ਜਿਹੜਾ ਮਨ ਹੈ ਉਹ ਅਲੱਗ ਹੋ ਗਿਆ। ਸਵੇਰੇ ਆਣ ਕੇ ਕਹਿੰਦਾ ਰਾਤ ਉਹ ਵਿਖਿਆ, ਉਹ ਵਿਖਿਆ, ਇੱਥੇ ਹਨੇਰਾ ਸੀ, ਸਰੀਰ ਤਾਂ ਇੱਥੇ ਪਿਆ ਸੀ, ਕੌਣ ਵਿਖਿਆ? ਉਹ ਮਨ ਜਿਹੜਾ ਉਹ ਅਲੱਗ ਹੋ ਜਾਂਦਾ। ਇਸੇ ਤਰੀਕੇ ਜੇਕਰ ਗੁਰੂ ਤੋਂ ਮੱਤ ਲੈ ਕੇ ਅਸੀਂ ਸ਼ਬਦ ਦੁਆਰਾ ਮਨ ਨੂੰ ਅਲੱਗ ਕਰਾਂਗੇ, ਮਰਨਾ ਸਿੱਖ ਲਾਂਗੇ, ਤੇ ਫਿਰ ਇਹਨੂੰ ਸੁਪਨੇ ਵਿੱਚ ਦੀ ਜਾਣ ਦੀ ਬਜਾਏ ਅਸੀਂ ਨਿਰੰਕਾਰ ਦੇ ਦੇਸ਼ ਵਿੱਚ ਲੈ ਜਾਵਾਂਗੇ। ਕਿਉਂਕਿ ਸਾਡੇ ਮਨ ਦੇ ਨੇਤਰਾਂ ਦੇ ਵਿੱਚ ਮਾਲਕ ਨੇ ਜੋਤ ਰੱਖੀ ਹੈ। ਇਸ ਤਰ੍ਹਾਂ ਦੇ ਨੇਤਰਾਂ, ਜਿਵੇਂ ਆ ਇੱਧਰ ਦੇਹੀ ਦੇ ਨੇਤਰਾਂ ਵਿੱਚ ਜੋਤ ਆ, ਜਿਹੜੀ ਜੋਤ ਨਾਲ ਅੱਖਾਂ ਨਾਲ ਅਸੀਂ ਦੇਖਦੇ ਪਏ, ਇਹਨਾਂ ਵਿੱਚ ਜੋਤੀ ਆ। ਜੋਤ ਘਟ ਜਾਵੇ, ਐਨਕ ਲਾਉਣੀ ਪੈਂਦੀ, ਆਪਰੇਸ਼ਨ ਕਰਾਉਣਾ ਪੈਂਦਾ, ਕਈਆਂ ਦੀ ਜੋਤ ਖਤਮ ਹੋ ਜਾਂਦੀ, ਅੰਨੇ ਹੋ ਜਾਂਦੇ। ਇਸੇ ਤਰੀਕੇ ਮਨ ਦੇ ਨੇਤਰਾਂ ਵਿੱਚ ਸੂਖਮ ਜੋਤ, ਉਹ ਪ੍ਰਕਾਸ਼ ਸਰੂਪ ਜੋਤ, ਪਰ ਮਨ ਆਪ ਦੀ ਜੋਤ ਦਾ ਇਸਤੇਮਾਲ ਕਰਨਾ ਭੁੱਲ ਗਿਆ ਤੇ ਇੱਧਰ ਇਹਨਾਂ ਨੇਤਰਾਂ ਦੀ ਜੋਤੀ ਦੇ ਨਾਲ ਪਿਆਰ ਪਾ ਲਿਆ। ਜੇਕਰ ਮਨ ਆਪ ਦੇ ਨੇਤਰਾਂ ਵਿੱਚ ਰੱਖੀ ਹੋਈ ਜੋਤ ਦਾ ਇਸਤੇਮਾਲ ਕਰੇ ਤੇ ਸਾਹਮਣੇ ਜਿਹੜਾ ਨਿਰੰਕਾਰ ਆ ਇਹਨੂੰ ਬਿਲਕੁਲ ਸ਼ੁੱਧ ਦਿਖੂਗਾ, ਜਿੰਦਾ ਭੇਦ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ। ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਰਾ। ਸਾਡੇ ਖੱਬੇ ਨੇਤਰ ਨੂੰ ਚੰਦਰਮਾ ਕਹਿ ਦਿੱਤਾ ਹੈ, ਸੱਜੇ ਨੂੰ ਸੂਰਜ ਕਹਿ ਦਿੱਤਾ ਹੈ, ਤੇ ਮਹਾਰਾਜ ਨੇ ਕਹਿ ਦਿੱਤਾ ਕਹਿੰਦੇ ਸੂਰਜ ਨੂੰ ਜਿਹੜਾ ਹੈ, ਸੂਰਜ ਦੀ ਜੋਤ ਇਹਨੂੰ ਚੰਦਰਮਾ ਦੇ ਵਿੱਚ ਮਿਲਾ ਦਿਓ, ਤੇ ਫਿਰ ਜਾ ਕੇ ਜਿਹੜਾ ਪਾਣੀ ਦਾ ਪਾਣੀ ਕਰ ਦਿਓ ਤੇ ਤੁਹਾਡੀ ਜੋਤ ਦੇ ਨਾਲ ਜੋਤ ਰਲ ਜਾਏਗੀ। ਹੁਣ ਸੂਰਜ ਚੰਦਰਮਾ ਦੇ ਕਿਵੇਂ ਪਾਸੇ ਆ ਖੱਬਾ ਨੇਤਰ ਚੰਦਰਮਾ, ਸੱਜਾ ਸੂਰਜ ਆ। ਇਹ ਮਨ ਆਪ ਦੀ ਜੋਤ ਭੁੱਲ ਗਿਆ ਤੇ ਇਹਨੂੰ ਅਸੀਂ ਪੌੜ ਨੂੰ ਬਰਾਬਰ ਕਰਨ ਤੋਂ ਬਾਅਦ ਅਸੀਂ ਉੱਥੇ ਜੁਗਤ ਲਗਾ ਕੇ ਤੇ ਸੂਰਜ ਨੂੰ ਚੰਦਰਮਾ ਵਾਲੇ ਕਰ ਲਿਆ ਹੋਣਾ। ਜਦੋਂ ਇਧਰ ਆਊਗਾ ਜਲ ਕਾ ਜਲ ਹੁਆ ਤੋਂ ਭਾਵ ਆ ਇਹ ਜਿਹੜਾ ਮਨ ਇਹ ਜਲ ਤੋਂ ਤਿਆਰ ਹੋਇਆ। ਜਿਵੇਂ ਸਾਡਾ ਸਰੀਰ ਆ ਇਹ ਪਾਣੀ ਤੋਂ ਤਿਆਰ ਹੋਇਆ ਨਾ ਜੀ, ਜਿਹਨੂੰ ਕਹਿੰਦੇ ਨੇ ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਸਾਰਾ ਸਰੀਰ ਸਾਡਾ ਪਾਣੀ ਤੋਂ ਤਿਆਰ ਹੋਇਆ, ਸਾਰਿਆਂ ਦਾ। ਪਿਤਾ ਦਾ ਰਕਤ ਹੁੰਦਾ, ਮਾਤਾ ਦਾ ਬਿੰਦ ਹੁੰਦਾ, ਤੇ ਉਥੋਂ ਗਰਭ ਦੇ ਵਿੱਚੋਂ ਇਹ ਕੱਪੜਾ ਤਿਆਰ ਹੁੰਦਾ। ਇਸੇ ਤਰੀਕੇ ਜਿਹੜਾ ਮਨ ਹੈ ਜਿਹੜਾ ਇਹ ਵੀ ਸੂਖਮ ਅੰਮ੍ਰਿਤ ਰਸ ਤੋਂ ਤਿਆਰ ਹੋਇਆ ਹੈ। ਜਦੋਂ ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਅੰਮ੍ਰਿਤ ਰਸ ਆਉਣਾ ਸ਼ੁਰੂ ਹੁੰਦਾ ਹੈ, ਉਹ ਮਨ ਦੇ ਵਿੱਚ ਸਮਾ ਜਾਂਦਾ ਹੈ। ਉਹਨੂੰ ਕਹਿੰਦੇ ਜਲ ਕਾ ਜਲ ਹੁਆ ਰਾਮ। ਆਹ ਦੇਹੀ ਨੇ ਤਾਂ ਜਲ ਦਾ ਜਲ ਹੋ ਹੀ ਜਾਣਾ। ਜਦੋਂ ਉਹ ਦਰਗਾਹ ਦੇ ਵਿੱਚੋਂ ਅੰਮ੍ਰਿਤ ਰਸ ਆਉਣਾ, ਉੱਥੇ ਅਸੀਂ ਜਲ ਕਾ ਜਲ ਹੁਆ ਰਾਮ, ਫਿਰ ਉੱਥੇ ਸਾਡੀ ਜੋਤੀ ਜੋਤ ਰਲੀ, ਜੋਤ ਨਾਲ ਜੋਤ ਰਲ ਜਾਂਦੀ ਹੈ। ਜਿਹੜੀ ਮਨ ਦੇ ਨੇਤਰਾਂ ਦੇ ਵਿੱਚ ਜੋਤ ਰੱਖੀ ਹੈ
ਉਹ ਜੋਤ ਦਾ ਇਸਤੇਮਾਲ ਗੁਰੂ ਕਰਨਾ ਦੱਸਦਾ ਵੀ ਕਿਵੇਂ ਤੂੰ ਉਸ ਜੋਤ ਨੂੰ ਪ੍ਰਗਟ ਕਰਨਾ। ਗੁਰਬਾਣੀ ਦੱਸਦੇ ਜਦੋਂ ਅਸੀਂ ਮਨ ਦੇ ਨੇਤਰਾਂ ਦੀ ਜੋਤ ਪਛਾਣ ਕੇ ਉਹਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ ਤੇ ਜਿਹੜੀ ਜੋਤ ਵਿੱਚੋਂ ਮਨ ਦੀ ਜੋਤ ਪ੍ਰਗਟ ਹੋਈ ਹੈ ਉਹ ਜੋਤ ਵਿਖਣ ਲੱਗ ਜਾਏਗੀ, ਜਿਹਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ। ਜਿਹਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਹਿਲੋਂ ਮਨ ਆਪ ਦੀ ਜੋਤ ਦੀ ਪਛਾਣ ਕਰਦਾ ਹੈ ਤੇ ਉਹਨੇ ਨੇਤਰਾਂ 'ਚ ਰੱਖੀ, ਉਸ ਜੋਤ ਦੀ ਪਛਾਣ ਕਰਕੇ ਮੇਰੇ ਸਾਹਮਣੇ ਮਾਲਕ ਦੀ ਜੋਤ ਨੂੰ ਦੇਖ ਲੈਂਦਾ। ਮੂਲ ਦੀ ਪਛਾਣ ਕਰ ਲੈ। ਜਦੋਂ ਮੂਲ ਦੀ ਪਛਾਣ ਕਰ ਲਈ, ਉਹਨੂੰ ਦੇਖ ਦੇਖ ਕੇ ਮਨ ਮੰਨਦਾ ਉਹ ਸੱਚ ਨਿਰੰਕਾਰ ਪ੍ਰਕਾਸ਼। ਉਹ ਕਿਵੇਂ ਪਛਾਣ ਹੋਈ ਤੇ ਫਿਰ ਉੱਥੇ ਪਤਾ ਲੱਗਦਾ ਹੈ ਵੀ ਇਹ ਪਰਾਇਆ ਤੇ ਮੈਂ ਕਿਸੇ ਹੋਰ ਦਾ, ਇਹ ਮੇਰੇ ਮਾਂ-ਬਾਪ ਨਹੀਂ, ਇਹਦਾ ਇੱਕ ਸੰਜੋਗੀ ਨਹੀਂ, ਇਹ ਤਾਂ ਇੱਥੇ ਇੱਕ ਪਰਿਵਾਰ ਲਾਇਆ ਗਿਆ, ਟੀਮ ਰਲਾਈ ਗਈ ਹੈ, ਡਰਾਮੇ ਵਾਲੇ ਨੇ ਸਾਰੇ। ਕਾਲ ਦੇ ਦੇਸ਼ ਵਿੱਚ ਅਸੀਂ ਡਰਾਮਾ ਕਰ ਰਹੇ ਹਾਂ। ਸਾਰੇ ਰਾਤ ਨੂੰ ਦੇਹੀ ਛੱਡ ਕੇ ਆਪਦੇ ਘਰ ਜਾਣਾ। ਇਹ ਤਾਂ ਤ੍ਰੈ ਗੁਣਾ ਦੀ ਇੱਕ ਫੌਜ ਆ। ਇਹ ਤਾਂ ਕਾਰ ਅਸੀਂ ਰਲੇ ਹੋਏ ਆ, ਸੰਜੋਗਾਂ ਕਰਕੇ ਰਲੇ ਆ। ਜਿਹਦਾ ਜਿਵੇਂ ਸੰਜੋਗ ਖਤਮ ਹੋ ਜਾਂਦਾ ਉਹ ਅੱਡ ਹੋ ਜਾਂਦਾ ਹੈ, ਜ਼ਿਆਦਾ ਖਤਮ ਹੋ ਜਾਂਦਾ ਉਹ ਦੇਹੀ ਛੱਡ ਕੇ ਚਲਾ ਜਾਂਦਾ। ਸੰਜੋਗ ਇੱਥੇ। ਪਰ ਜਿਹੜਾ ਉਹ ਨਿਰੰਕਾਰ ਦੇ ਦੇਸ਼ ਵਿੱਚ ਉੱਥੇ ਕੋਈ ਸੰਜੋਗ ਦੀ ਲੋੜ ਨਹੀਂ। ਇੱਕ ਵਾਰੀ ਉੱਥੇ ਜਿਹੜਾ ਪ੍ਰਵਾਨ ਹੋ ਗਿਆ ਉਹ ਪੱਕਾ ਸੰਜੋਗ, ਜੁਗਾ ਜੁਗੰਤਰਾਂ ਤੱਕ ਉਹ ਤੋਂ ਫਿਰ ਵਿਛੜਦਾ ਨਹੀਂ। ਜਿਵੇਂ ਮਨ ਆਪਦੇ ਨੇਤਰਾਂ ਦੀ ਜੋਤ ਦਾ ਇਸਤੇਮਾਲ ਕਰਦਾ ਹੈ, ਆ ਸਾਹਮਣੇ ਜਿਹੜੀ ਮਾਲਕ ਦੀ ਜੋਤ ਹੈ ਇਹ ਉਹਨੂੰ ਵੇਖਦੀ। ਇਸੇ ਜੋਤੀ ਨੂੰ ਜਿਵੇਂ ਉਹ ਵਾਰ-ਵਾਰ ਵੇਖਦਾ ਹੈ, ਇਹਦੇ ਵਿੱਚ ਫਿਰ ਮਨ ਦਾ ਆਕਾਰ ਖਤਮ ਹੋ ਜਾਂਦਾ ਹੈ, ਜਿਹਨੂੰ ਕਹਿੰਦੇ ਆ ਨਿਰੰਕਾਰ ਮੈਂ ਆਕਾਰ ਸਮਾਵੈ, ਅਕਲ ਕਲਾ ਸੱਚ ਸਾਜ ਟਿਕਾਵੈ, ਸੋ ਨਰ ਗਰਭ ਜੋ ਨਹੀਂ। ਪਰ ਜੇ ਅਸੀਂ ਇਸ ਜੋਤ ਦਾ ਇਸਤੇਮਾਲ ਛੱਡ ਕੇ ਆਪ ਦੀ ਜੋਤ ਦਾ ਇਸਤੇਮਾਲ ਕਰਾਂਗੇ, ਫਿਰ ਸਾਨੂੰ ਪਤਾ ਲੱਗੇਗਾ। ਜਦੋਂ ਅਸੀਂ ਆਪ ਦੇ ਅੰਦਰ ਦਾ ਪ੍ਰਕਾਸ਼ ਲੈ ਕੇ ਆਪ ਦੀ ਉਸ ਜੋਤ ਦਾ ਇਸਤੇਮਾਲ ਕਰਦੇ ਹੋਏ ਇਸ ਜਗਤ ਨੂੰ ਵੇਖਾਂਗੇ, ਫਿਰ ਪਤਾ ਲੱਗਦਾ ਹੈ ਕੌਣ ਸਹੀ, ਕੌਣ ਗਲਤ, ਕੌਣ ਗਰਮ, ਕੌਣ ਠੰਡਾ। ਜਿਵੇਂ ਹੁਣ ਬੱਚਾ ਹੁੰਦਾ, ਬੱਚੇ ਨੂੰ ਕੁਝ ਨਹੀਂ ਪਤਾ, ਉਹ ਅੱਗ ਵੀ ਫੜ ਸਕਦਾ, ਉਹ ਲੱਕੜ ਵੀ ਫੜ ਲੈਂਦਾ, ਲੋਹਾ ਵੀ ਫੜ ਲੈਂਦਾ, ਤਿੱਖੀ ਚੀਜ਼ ਵੀ ਫੜ ਲੈਂਦਾ। ਪਰ ਜਦੋਂ ਉਹਦੇ ਅੰਦਰ ਸਮਝ, ਅਕਲ ਕਲਾ ਦਾ ਉਹ ਇਸਤੇਮਾਲ ਕਰਨਾ ਉਹਨੂੰ ਮਾਂ ਬਾਪ ਗੁਰੂ ਸਿਖਾਉਂਦਾ, ਫਿਰ ਉਹ ਇੱਧਰ ਦੇਖ ਸਕਦਾ ਹੈ ਵੀ ਕਿਹੜੀ ਚੀਜ਼ ਅੱਛੀ ਹੈ, ਕਿਹੜੀ ਗਲਤ ਹੈ। ਇਸੇ ਤਰੀਕੇ ਜਦੋਂ ਫਿਰ ਅਸੀਂ ਜੋਤ ਦੁਆਰਾ ਜਗਤ ਨੂੰ ਦੇਖਦੇ ਹਾਂ, ਫਿਰ ਪਤਾ ਲੱਗਦਾ ਵੀ ਕਿਹੜਾ ਕਿਵੇਂ ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਹੈ, ਕਿੰਨਾ ਕੁ ਕਰਨਾ, ਕਿੰਨਾ ਨਹੀਂ ਕਰਨਾ। ਜੋਤੀ ਦੁਆਰਾ ਚਾਨਣ ਹੋ ਜਾਂਦਾ, ਫਿਰ ਇਹ ਸਾਰਾ ਦਿਖਣ ਲੱਗ ਜਾਂਦਾ। ਹੁਣ ਕੁਝ ਦਿਖ ਨਹੀਂ ਰਿਹਾ, ਹੁਣ ਅੰਨ੍ਹਿਆਂ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ ਇਸ ਜਗਤ ਨੂੰ, ਤਾਂ ਹੀ ਫਸ ਗਏ। ਜੋ ਤੁਹਾਡੇ ਨੇਤਰਾਂ ਵਿੱਚ ਜੋਤ ਆ, ਮਾਲਕ ਦੀ ਜੋਤ ਆ, ਉਹਦੇ ਦੁਆਰਾ ਤੁਸੀਂ ਇਸ ਜਗਤ ਨੂੰ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਗਤ ਨੂੰ ਕਿਵੇਂ ਅਸੀਂ ਦੇਖਣਾ ਹੈ, ਕੀ ਇਹਦਾ ਭੇਤ ਉਦੋਂ ਆਊਗਾ ਜਦੋਂ ਅਸੀਂ ਆਪ ਦੀ ਜੋਤ ਦਾ ਇਸਤੇਮਾਲ ਕਰਨਾ ਸਿੱਖ ਜਾਣਾ। ਉਹ ਜੋਤ ਪ੍ਰਗਟ ਕਿਵੇਂ ਹੋਣੀ? ਉਹ ਹੋਣੀ ਸ਼ਬਦ ਦਾ ਅਭਿਆਸ। ਜਦੋਂ ਅਸੀਂ ਕਰਕੇ ਆਪਦੇ ਘਰ ਜਾਵਾਂਗੇ, ਸੁਣ ਵਿੱਚ ਜਾਵਾਂਗੇ, ਪਹਿਲੋਂ ਅਸੀਂ ਇਹ ਪਾਉਣ ਦਾ ਜਿੰਦਰਾ ਜਿਹੜਾ ਸਵਾਸਾਂ ਦਾ ਬੈਲੈਂਸ ਵਿਗੜਿਆ ਇਹਨੂੰ ਬਰਾਬਰ ਕਰਨਾ। ਇਸ ਤੋਂ ਬਾਅਦ ਜਦੋਂ ਅਸੀਂ ਨਿੱਜ ਸੁਣ ਤੇ ਦਰ ਤੇ ਬੈਠ ਕੇ ਉੱਥੇ ਅਭਿਆਸ ਕਰਾਂਗੇ, ਅੰਤਰਗਤ ਪਾਉਣ ਨੂੰ ਰੋਕ ਕੇ ਛੱਡਾਂਗੇ ਤੇ ਉੱਥੇ ਜੋਤ ਬਰਾਬਰ ਹੋ ਜਾਏਗੀ। ਉਹ ਜੋਤ ਜਿਹੜੀ ਪ੍ਰਗਟ ਹੋਵੇਗੀ ਉਹਦੇ ਵਿੱਚ ਧਿਆਨ ਧਰ ਕੇ ਜਦੋਂ ਅਸੀਂ ਅਗਲੇ ਬੰਨੇ ਚੱਲਾਂਗੇ, ਉਹ ਸਾਰਾ ਪਸਾਰਾ ਫਿਰ ਇੱਕ ਹੋ ਜਾਏਗਾ। ਜੋਤੀ ਅੰਦਰ ਧਰਿਆ ਪਸਾਰ, ਕਹਿ ਕਬੀਰਤਾ ਦਾ ਅੰਤ ਨਾ ਪਾਰ, ਸਾਰਾ ਖੇਲ ਇੱਕ ਹੋ ਜਾਂਦਾ। ਸੋ ਸਾਰੀ ਜੁਗਤ ਮਾਲਕ ਦੱਸਦੇ ਪਏ ਨੇ, ਸੁਣ ਕੇ ਸਮਝ ਕੇ ਪ੍ਰੈਕਟੀਕਲ ਕਰਨ ਵਾਲਾ ਚਾਹੀਦਾ। ਤੇ ਉਹ ਤਾਂ ਹੋਣੀ ਪਹਿਲੋਂ ਅੰਦਰੋਂ ਨਾਮ ਪ੍ਰਗਟ ਹੋਏਗਾ, ਨਾਮ ਦੁਆਰਾ ਜੋਤ ਪ੍ਰਗਟ ਹੋ ਜਾਂਦੀ, ਸਭ ਦੁਆਰਾ ਹੋ ਜਾਂਦੀ, ਸਮਰਪਣ ਦੁਆਰਾ ਹੋ ਜਾਂਦੀ। ਜਦੋਂ ਅਸੀਂ ਪੂਰਬ ਵਾਲੇ ਰਸਤੇ ਬੰਨਿਓ ਆਪਦੇ ਘਰ ਜਾਣਾ ਹੈ, ਇਹ ਸਾਨੂੰ ਇੱਥੋਂ ਸਵਾਸ ਬਰਾਬਰ ਕਰਕੇ ਇੱਥੋਂ ਨਿਜ ਸੁਣ ਤੇ ਆਸਨ ਲਾ ਕੇ ਸ਼ਬਦ ਫੜ ਕੇ ਜਾਣਾ ਪਏਗਾ। ਜੇ ਅਸੀਂ ਨਾਭੀ ਵਾਲੇ ਰਸਤੇ ਤੋਂ ਬੰਨੋ ਜਾਣਾ ਹੈ, ਫਿਰ ਸਿੱਧਾ ਹੀ ਸ਼ਬਦ ਵਿੱਚ ਧਿਆਨ ਲਾਵਾਂਗੇ ਤੇ ਘਰ ਚਲੇ ਜਾਵਾਂਗੇ। ਇਹ ਦੋ ਰਸਤੇ, ਚਾਹੇ ਇੱਧਰੋਂ ਸਵਾਸਾਂ ਦਾ ਜੰਦਰਾ ਖੋਲ ਕੇ ਇੱਧਰੋਂ ਦੀ ਚਲੇ ਜਾਓ, ਚਾਹੇ ਨਾਭੀ ਤੋਂ ਸ਼ਬਦ ਨੂੰ ਫੜ ਕੇ ਇੱਧਰੋਂ ਦੀ ਸਿੱਧਾ ਹੀ ਚਲੇ ਜਾਓ। ਇਹਦਾ ਫਿਰ ਸਵਾਸ ਨਹੀਂ ਬਰਾਬਰ ਕਰਨੇ ਚਾਹੀਦੇ। ਸੋ ਤੀਜਾ ਹੈ ਧਿਆਨ ਦੁਆਰਾ। ਜੇ ਗੁਰੂ ਪਿਛਲੀ ਭਗਤੀ ਹੋਵੇ, ਗੁਰੂ ਦੱਸ ਦੇਵੇ, ਸਿੱਧਾ ਸਾਹਮਣੇ ਸੱਚ ਹੀ ਸੱਚ ਹੈ, ਸੱਚ ਵਿੱਚ ਧਿਆਨ ਲਾਓ, ਸਿੱਧੇ ਬਾਹਰ ਨਿਕਲੋ। ਸੋ ਸਾਰੇ ਜੁਗਤੀਆਂ ਨੇ, ਭੁਗਤੀਆਂ ਨੇ, ਮਾਲਕ ਨੇ ਦੱਸੀਆਂ ਹੋਈਆਂ, ਕੋ ਕਮਾ ਲਵੇ। ਇਹ ਵਿਸ਼ਾ ਲੁਕਾਉਣ ਦਾ ਨਹੀਂ, ਇਹ ਜਿਹੜੇ ਰਤਨ ਨੇ ਲੁਕਾਉਣ ਦੇ ਨਹੀਂ। ਲੁਕਾਉਂਦਾ ਹਮੇਸ਼ਾ ਕਾਲ ਹੁੰਦਾ। ਕੋਈ ਵੀ ਗਿਆਨ ਹੈ, ਬ੍ਰਹਮ ਦੇ ਗਿਆਨ ਨੂੰ ਹਮੇਸ਼ਾ ਕਾਲ ਲੁਕਾਉਂਦਾ ਹੈ। ਗੁਰਮੁਖ ਉਦੋਂ ਬ੍ਰਹਮ ਦਾ ਗਿਆਨ ਲੁਕਾਉਂਦੇ ਨੇ ਜਦੋਂ ਕੋਈ ਜਗਿਆਸੂ ਨਾ ਹੋਵੇ। ਬਸ ਗੁਰਮੁਖ ਅਵੈਧ ਨਹੀਂ ਡੋਲਦੇ,
ਗੁਰਮੁਖਾਂ ਨੇ ਉਦੋਂ ਕਿਹਾ ਹੈ ਵੀ ਆਪ ਦੇ ਗਿਆਨ ਨੂੰ, ਆਪ ਦੇ ਰਤਨਾਂ ਨੂੰ ਉਦੋਂ ਗੁਰੇਜ਼ ਕਰਕੇ ਰੱਖਿਆ ਜੇ ਵੀ ਜਦੋਂ ਅੱਗੋਂ ਵਪਾਰੀ ਨਾ ਹੋਵੇ। ਹੁਣ ਤੁਹਾਡੇ ਕੋਲ ਪੈਸਾ ਹੈ, ਤੁਸੀਂ ਦਾਨੀ ਹੋ, ਪਰ ਤੁਹਾਨੂੰ ਪਤਾ ਵੀ ਇਹ ਮੇਰੇ ਤੋਂ 500 ਦਾ ਨੋਟ ਲੈ ਕੇ ਠੇਕੇ ਤੇ ਜਾਵੇਗਾ, ਤੁਸੀਂ ਉਹਨੂੰ ਦਾਨ ਨਹੀਂ ਕਰੋਗੇ। ਤੁਹਾਨੂੰ ਪਤਾ ਹੈ ਵੀ ਇਹ ਵਪਾਰੀ ਨਹੀਂ ਹੈਗਾ। ਪਰ ਜੇ ਤੁਹਾਨੂੰ ਪਤਾ ਵੀ ਇਹਨੇ 500 ਰੁਪਈਆ ਦਾ ਦੁੱਧ ਲੈਣਾ, ਫਰੂਟ ਲੈਣਾ, ਇਹਨੇ ਆਪਦੇ ਘਰ ਦੇ ਬੱਚਿਆਂ ਨੂੰ ਪਾਲਣਾ, ਤੁਸੀਂ 500 ਦੀ ਜਗ੍ਹਾ 1000 ਵੀ ਦੇ ਦਿਓ, ਠੀਕ ਹੈ, ਠੱਗ ਨੂੰ ਤੁਸੀਂ ਨਹੀਂ ਦਿਓਗੇ। ਇਸੇ ਤਰੀਕੇ ਗੁਰਮੁਖ ਜਿਹੜੇ ਨੇ ਇੱਥੇ ਠੱਗ ਦ੍ਰਿਸ਼ਟ ਵਾਲੇ ਵੀ ਹੈ ਹੁੰਦੇ ਆ, ਜਿਹੜੇ ਸੰਸਾਰ ਦੇ ਵਿੱਚ ਵਿਚਰਦੇ ਆ, ਉਹਨਾਂ ਨੂੰ ਫਿਰ ਉਹ ਇਹ ਅਮੁੱਲਾ ਗਿਆਨ, ਇਹ ਰਤਨਾਂ ਦਾ ਖਜ਼ਾਨਾ ਨਹੀਂ ਦੱਸਦੇ। ਜਦੋਂ ਦੀ ਦ੍ਰਿਸ਼ਟੀ ਬਣ ਜਾਂਦੀ ਫਿਰ ਦੱਸਦੇ। ਪਰ ਉਸ ਤਰ੍ਹਾਂ ਇਹ ਗਿਆਨ ਲਕਾਉਣ ਦਾ ਨਹੀਂ ਹੈਗਾ। ਮਹਾਰਾਜ ਨੇ ਕਹਿ ਦਿੱਤਾ ਪਰਤਿਆਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਪਰਤਾਏ ਹੁੰਦੀ ਆ, ਪ੍ਰੈਕਟੀਕਲ ਕਰਕੇ ਸਾਖੀ ਦੱਸਦੇ ਆ ਗੁਰਮੁਖ, ਜੋ ਲੈਣਾ ਚਾਹੁੰਦਾ ਲੈ ਲਓ। ਤੇ ਕਾਲ ਜਿਹੜਾ ਹੈ ਉਹ ਬ੍ਰਹਮ ਦਾ ਗਿਆਨ ਜਿਹੜਾ ਹੈ ਨਾ, ਭੇਦ ਦੀ ਜਿਹੜੀ ਗੱਲ ਏ, ਉਹ ਪਰਦਾ ਪਾ ਦਿੰਦਾ ਉਹਦੇ ਤੇ, ਵੀ ਜੇ ਬ੍ਰਹਮ ਦਾ ਗਿਆਨ ਸ਼ਰੇਆਮ ਚੱਲ ਪਵੇ ਸਾਰੇ ਨਿਕਲ ਜਾਣਗੇ ਮੇਰੇ ਦੇਸ਼ ਚੋਂ। ਮੈਂ ਫਸਾਏ ਹੋਏ, ਮੈਂ ਯੁੱਧ ਕਰਦਾ, ਮੈਂ ਦਿਨ ਰਾਤ ਮਿਹਨਤ ਕਰ ਰਿਹਾ, ਮੇਰੇ ਕਰਿੰਦੇ ਕਾਮ ਕ੍ਰੋਧ ਹੰਕਾਰ ਮਿਹਨਤ ਕਰ ਰਿਹਾ, ਇਹਨਾਂ ਨੂੰ ਫਸਾ ਰਹੇ ਆ। ਤੇ ਸਾਧੂ ਨਾਲ ਇਹ ਚੰਦ ਮਿੰਟਾਂ ਦੇ ਵਿੱਚ ਗਿਆਨ ਲੈ ਕੇ, ਕਿਉਂਕਿ ਜਦੋਂ ਅਸੀਂ ਗੁਰਮੁਖਾਂ ਦੇ ਬਚਨ ਸੁਣਦੇ, ਗੁਰਬਾਣੀ ਦੇ ਬਚਨ ਸੁਣਦੇ ਆ, ਤੇ ਉਹ ਗਿਆਨ ਦੇ ਬਚਨ ਲੈ ਕੇ ਹੀ, ਗਿਆਨ ਨੂੰ ਸੁਣ ਕੇ ਹੀ ਮਨ ਉਸ ਅਵਸਥਾ ਤੱਕ ਪਹੁੰਚ ਜਾਂਦਾ ਹੈ। ਮਾਰੇ ਕਹਿੰਦੇ ਨੇ ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸੁਣੀਏ ਸਹਿਸਾ ਦੁਖ ਭੂਖ ਸਭ ਲੈ ਜਾਏ, ਸਭ ਖਤਮ ਹੋ ਜਾਂਦਾ। ਸੁਣ ਕੇ ਹੀ ਉੱਥੋਂ ਤੱਕ ਪਹੁੰਚ ਜਾਂਦਾ ਜਿਹਨੂੰ ਆਪ ਨਹੀਂ ਕਮਾਉਣ। ਇੱਕ ਹੁੰਦਾ ਅਨਪੜ੍ਹ, ਇੱਕ ਹੁੰਦਾ ਗਿਆਨੀ। ਗਿਆਨੀ ਕਹਿੰਦਾ ਪਹਿਲਾਂ ਮੈਨੂੰ ਸਮਝਾਓ, ਫਿਰ ਮੈਨੂੰ ਦੱਸੋ, ਮੈਂ ਵੇਖਾਂਗਾ, ਸੋਚਾਂਗਾ। ਉਹ ਬੰਦਾ, ਤੇ ਇੱਕ ਦੂਜਾ ਅਨਪੜ੍ਹ ਆ ਗਿਆ, ਉਹ ਆਂਦਾ ਮੈਨੂੰ ਨਹੀਂ ਕੁਝ ਪਤਾ, ਤੁਸੀਂ ਦੱਸੋ ਕੀ ਕਰਨਾ। ਉਹ ਗਿਆਨੀ ਤੋਂ ਪਹਿਲਾਂ ਪਹੁੰਚ ਜਾਏਗਾ। ਆਮ ਤੌਰ ਤੇ ਕੋਈ ਵਿਆਕਰਣ ਦਾ ਗਿਆਨੀ ਹੈ, ਕੋਈ ਕੀਰਤਨੀਆ ਹੈ, ਕੋਈ ਗ੍ਰੰਥੀ ਹੈ, ਸਾਰੇ ਨਹੀਂ, ਕੁਛ ਹੁੰਦੇ ਅੜਨ ਵਾਲੇ ਹੁੰਦੇ ਆ ਵੀ ਨਹੀਂ ਇਹ ਗਲਤ ਹੈ, ਇਹ ਤੁਸੀਂ ਕਿੱਥੋਂ ਸਿੱਖਿਆ ਹੈ, ਤੁਹਾਡੀ ਫਲਾਣੀ ਫਿਲਾਸਫੀ ਹੈ, ਇਹ ਹੈ ਉਹ ਅੜ ਜਾਂਦੇ ਨੇ। ਆਪਦੀ ਮਾਤੀ ਉਹਨਾਂ ਨੂੰ ਅੜਾ ਲੈਂਦੀ ਹੈ, ਉਹ ਅੱਗੇ ਨਹੀਂ ਵਧਦੇ, ਕਿਉਂਕਿ ਇਹ ਪ੍ਰੈਕਟੀਕਲ ਦਾ ਖੇਲ ਹੈ। ਉਹ ਪਹਿਲਾਂ ਗਿਆਨ, ਉਹ ਕਹਿੰਦੇ ਨੇ ਗਿਆਨ ਦੁਆਰਾ ਸਿੱਧ ਕਰੋ ਇਹਨੂੰ, ਇਸ ਚੀਜ਼ ਨੂੰ, ਠੀਕ ਹੈ ਨਾ। ਇੱਕ ਬੱਚਾ ਆਉਂਦਾ ਜੀ ਮੈਨੂੰ ਤੁਰਨਾ ਨਹੀਂ ਆਉਂਦਾ, ਮੈਂ ਥੱਕ ਗਿਆ, ਮੈਨੂੰ ਗੋਦੀ 'ਚ ਚੱਕ ਲਓ, ਨਹੀਂ ਤਾਂ ਮੈਂ ਇੱਥੇ ਬੈਠਾ ਜੀ। ਤੇ ਸਾਡਾ ਅਕਾਲ ਨਿਰੰਕਾਰ ਹੈ, ਉਹ ਤਾਂ ਬੜਾ ਦਿਆਲੂ ਹੈ, ਕਿਰਪਾਲੂ ਹੈ। ਉਹ ਆਉਂਦਾ ਇਹ ਬਹਿ ਹੀ ਗਿਆ ਇੱਥੇ, ਪਹਿਲਾਂ ਤਾਂ ਵੇਖਦਾ ਵੀ ਬਹਾਨਾ ਲਾਉਂਦਾ ਹੈ ਕਿ ਜਾਣ ਕੇ ਹੀ ਬੈਠਾ ਹੈ। ਤੇ ਜਦੋਂ ਵੇਖਦਾ ਵੀ ਨਹੀਂ ਇਹ ਬਿਲਕੁਲ ਇਹ ਤਾਂ ਭਾਈ ਅਨਪੜ੍ਹ, ਤੇ ਫਿਰ ਮਹਾਰਾਜ ਕਹਿੰਦੇ ਜੋ ਜਨ ਰਾਮ ਨਾਮ ਗੁਣ ਗਾਵੇ, ਪੜਿਆ ਅਨਪੜਿਆ ਪਰਮ ਗਤ ਪਾਵੇ। ਜੇ ਉਹਦੇ ਤੇ ਕੋਈ ਵਿਸ਼ਵਾਸ ਕਰਕੇ ਬਹਿ ਜਾਵੇ, ਉਸ ਦਰ ਦੇ ਉੱਤੇ ਆਸਣ ਲਾ ਲਵੇ। ਇੱਕੋ ਹੀ ਹੈ ਕਿ ਜਦੋਂ ਇੱਕ ਮੇਲੇ ਦੇ ਵਿੱਚ ਪਿਓ ਬੱਚੇ ਨੂੰ ਘੁਮਾਉਣ ਲੱਗਿਆ, ਭੀੜ ਜ਼ਿਆਦਾ ਸੀ ਤੇ ਬੱਚੇ ਦੀ, ਪਿਓ ਦੀ ਉਂਗਲ ਛੁੱਟ ਗਈ, ਤੇ ਪਿਓ ਜਿਹੜਾ ਓਲੇ ਹੋ ਕੇ ਵੇਖਣ ਲੱਗਾ ਵੀ ਵੇਖਾਂ ਹੁਣ ਬੱਚਾ ਕਰਦਾ ਕੀ। ਇੱਕ ਤਾਂ ਬੱਚੇ ਨੂੰ ਪਿਓ ਦਾ ਵਿਰਾਗ ਸੀ, ਉਹਦਾ ਉੱਥੇ ਪਾਪਾ 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 ਕਰੀ ਗਿਆ, ਤੇ ਉਹ ਦੂਜੇ ਉਹਨੂੰ ਖਿਡੌਣੇ ਦੇਵੇ, ਕੋਈ ਉਹਨੂੰ ਕਹਿੰਦਾ ਮੈਂ ਤੈਨੂੰ ਕੋਈ ਚੀਜ਼ ਦੇ ਦੇਣਾ, ਕੋਈ ਮਿੱਠੀ ਚੀਜ਼, ਕੋਈ ਕੁਲਫੀ ਖਵਾਵੇ, ਕੋਈ ਜੂਸ, ਉਹ ਆਂਦਾ ਨਾ ਪਾਪਾ। ਇੱਕ ਕੋਈ ਨਕਾਰਾ ਬੱਚਾ ਹੈ, ਤੇ ਉਹਦਾ ਹੱਥ ਛੁੱਟਿਆ, ਤੇ ਉਹ ਆਂਦਾ ਚੱਲ ਚੰਗਾ ਜਾਣ ਛੁੱਟੀ, ਤੇ ਆਪਾਂ ਮੇਲਾ ਘੁੰਮਣੇ। ਜਦੋਂ ਮੇਲਾ ਘੁੰਮਣ ਲੱਗਾ, ਮੇਲਾ ਘੁੰਮਦੇ ਘੁੰਮਦੇ ਇੰਨੀ ਦੂਰ ਚਲਾ ਗਿਆ ਵੀ ਪਿਓ ਦਾ ਆਤਾ ਪਤਾ ਹੀ ਨਾ ਰਿਹਾ। ਤੇ ਮੇਲੇ ਵਾਲਿਆਂ ਨੇ ਵੇਖਿਆ ਬਈ ਇਹਦਾ ਕੋਈ ਵਾਲੀ ਵਾਰਸ ਹੈ ਨਹੀਂ, ਚੱਲ ਆਪਾਂ ਨੂੰ ਕੰਮ ਦੇਗਾ, ਉਹਨਾਂ ਨੂੰ ਚੁੱਕ ਲਿਆ ਤੇ ਆਪਦੇ ਧੰਦੇ ਲਾ ਲਏ। ਇਸੇ ਤਰੀਕੇ ਸੰਸਾਰ ਦਾ ਇਹ ਤ੍ਰੈ ਗੁਣ ਦਾ ਇਹ ਖੇਲ ਹੈ ਵਿਚਾਰਾਂ ਦਾ। ਅਸੀਂ ਪਰਮੇਸ਼ਰ ਦੇ ਨਾਲ ਇੱਥੇ ਖੇਲਣ ਆਉਣੇ, ਸਾਨੂੰ ਲੈ ਕੇ ਆਉਂਦਾ ਹੈ। ਬੱਚਾ ਕਿੰਨੀ ਸਹਿਜ ਦੇ ਵਿੱਚ ਆਉਂਦਾ ਹੈ, ਕਿੰਨਾ ਹੀ ਉਹਦੀ ਪ੍ਰਤਪਾਲਨਾ ਕਰਦਾ। ਪ੍ਰਤਪਾਲੇ ਨਿਤ ਸਾਰ ਸੰਭਾਲੈ, ਪ੍ਰੇਮ ਸਹਿਤ ਗੱਲ ਆਵੇ। ਇੱਥੇ ਆਉਣ ਤੇ ਭੀੜ ਐਸੀ ਵਿਚਾਰਾਂ ਦੀ ਪਈ ਵੀ ਮਾਲਕ ਦੀ ਉਂਗਲ ਛੁੱਟ ਗਈ। ਆਪਣੀ ਕੁਛ ਵਿਰਾਗੀ ਬੱਚੇ ਸੀ, ਉਹ ਕਰਨ ਲੱਗੇ ਵੀ ਕਿੱਧਰ ਸਾਡਾ ਪਿਤਾ ਨਹੀਂ, ਵੀ ਉਹ ਕਿੱਧਰ ਗਿਆ। ਜਿਹਨੂੰ ਕਹਿੰਦੇ ਨਾ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲਦਾ ਹੈ। ਜਿਵੇਂ ਉਹਨਾਂ ਦੇ ਤਾਂ ਜਦੋਂ ਤਨ ਤੋਂ ਬਾਣੀ ਵਿਸਰੀ, ਨਾਮ ਵਿਸਰਿਆ, ਜਿਵੇਂ ਕੋਈ ਪੱਕਾ ਰੋਗੀ, ਜਿਵੇਂ ਕਹਿੰਦੇ ਬਹੁਤ ਵੱਡਾ ਕੋਈ ਰੋਗੀ ਹੁੰਦਾ ਨਾ, ਹਾਏ ਹਾਏ ਕਰਦਾ, ਉਵੇਂ ਹਾਏ ਹਾਏ ਕਰਨ ਲੱਗੇ। ਉਹ ਫਿਰ ਵਾਹੇ ਵਾਹੇ ਕਰਨ ਲੱਗੇ, ਵਾਹਿਗੁਰੂ 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 ਵਾਹਿਗੁਰੂ, ਕਿਉਂਕਿ ਉਹਨਾਂ ਨੂੰ ਪਤਾ ਨਾ ਸਾਡੇ ਪਿਓ ਦਾ ਨਾਮ ਵਾਹਿਗੁਰੂ ਆ। ਸਾਡੇ ਬਾਪ ਦਾਦੇ ਭਾਈਆਂ ਨੇ ਦੱਸਿਆ। ਉਹ ਆਵਾਜ਼ਾਂ ਮਾਰਨ ਲੱਗੇ ਵੀ ਤੂੰ ਕਿੱਥੇ ਆ, ਵਾਹਿਗੁਰੂ ਵਾਹਿਗੁਰੂ ਕਰੀ ਜਾ ਰਹੇ। ਪਿਓ ਦੇਖਦਾ, ਕਹਿੰਦਾ ਕਿੰਨਾ ਵਿਰਾਗੀ, ਮੇਰਾ ਵਿਛੋੜਾ ਮਹਿਸੂਸ ਕਰਦਾ। ਤੇ ਇੱਕ ਕਹਿੰਦਾ ਵੀ ਚੱਲ ਠੀਕ ਹੈ, ਵਿਸਰ ਗਿਆ, ਵਿਸਾਰ ਗਿਆ, ਆਪਾਂ ਇੱਧਰ ਚੱਲੀਏ। ਉਹ ਤ੍ਰੈ ਗੁਣਾਂ ਵਿੱਚ ਘੁੰਮਣ ਲੱਗਾ।
ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਵੇਖਿਆ ਵੀ ਨਾ ਤਾਂ ਇਹਨੂੰ ਆਪਦੇ ਘਰ ਦਾ ਪਤਾ ਹੈ, ਨਾ ਇਹਨੂੰ ਆਪਦੇ ਪਿਓ ਦਾ ਪਤਾ, ਇਹ ਭੁੱਲ ਗਿਆ, ਇਹਦਾ ਵਾਲੀ ਵਾਰਸ ਕੋਈ ਨਹੀਂ। ਉਹ ਆਂਦੇ ਫੜੋ ਤੇ ਇਹਨੂੰ ਆਪਦੇ ਕੰਮ ਲਾਓ। ਉਹਨਾਂ ਸਵਾਸ ਖਤਮ ਹੋਏ, ਚੁੱਕਿਆ ਤੇ ਜੂਨਾਂ ਦੇ ਵਿੱਚ ਪਾਤਾ। ਉੱਥੇ ਵਾਲੀ ਵਾਰਸ ਹੈ ਨਹੀਂ। ਜਦੋਂ ਖੀਰੀ ਸਮੇਂ ਆ ਕੇ ਫੜਨ ਲੱਗੇ ਤੇ ਆਂਦੇ ਕੋ ਨਿਸ਼ਾਨੀ, ਕਿੱਥੋਂ ਆਇਆ, ਕੋਈ ਦੇਸ਼ ਦਾ ਤੈਨੂੰ ਪਤਾ, ਕਿੱਥੋਂ ਆਇਆ? ਆਂਦਾ ਪਤਾ ਨਹੀਂ। ਕਹਿੰਦਾ ਇੱਥੇ ਕਰਨ ਕੀ ਆਇਆ? ਆਂਦਾ ਪਤਾ ਨਹੀਂ। ਕਹਿੰਦਾ ਜਾਣਾ ਕਿੱਥੇ? ਆਂਦਾ ਪਤਾ ਹੀ ਨਹੀਂ। ਤੇਰਾ ਮਾਂ ਬਾਪ ਕੌਣ ਆ? ਕਹਿੰਦਾ ਉਹ ਰੋਂਦੇ ਪਏ ਨੇ ਜਿਹੜੇ, ਉਹ ਫਿਰ ਆ ਜਾ, ਫਿਰ ਤੈਨੂੰ ਦੱਸ। ਉਹ ਉੱਥੋਂ ਲੈ ਜਾਂਦੇ। ਕਹਿੰਦੇ ਚੱਲ ਸਾਡੇ ਕੰਮ ਕਰ। ਉਹਨਾਂ ਦਾ ਕੰਮ ਕੀ ਹੈ? ਆ ਜਿਹੜਾ ਸੰਸਾਰ ਦਾ ਜਿੰਨਾ ਕਰਮ ਹੈ, ਕੋਈ ਵੀ ਕਰਮ ਹੈ, ਚਾਹੇ ਪਸ਼ੂ ਕਰ ਰਹੇ ਨੇ, ਚਾਹੇ ਮਨੁੱਖ ਕਰ ਰਹੇ ਨੇ, ਇਹ ਸਾਰਾ ਕਾਲ ਦਾ ਹੀ ਕੰਮ ਆ। ਉਹ ਆਪਦੇ ਕੰਮ ਲਾ ਲੈਂਦੇ। ਜੇ ਮਨੁੱਖ ਜਾਮਾ ਦੇ ਦਿੱਤਾ ਤੇ ਕਹਿੰਦਾ ਚੱਲ ਕਰ ਸਾਡੀਆਂ ਦਿਹਾੜੀਆਂ, ਤੇ ਇੱਟਾਂ ਢੋ, ਦਿਹਾੜੀ ਕਰ, ਖੇਤਾਂ ਵਿੱਚ ਚੱਲ, ਬਿਜ਼ਨਸਮੈਨ ਬਣਾਤਾ, ਕਿਸੇ ਕੋਈ ਪੋਚੇ ਲਵਾਤਾ, ਕੋਈ ਕਹਿੰਦਾ ਚੱਲ ਵੀ ਪਕਾਓ ਰੋਟੀਆਂ, ਕੋਈ ਕਹਿੰਦਾ ਕਰੋ ਘਰ ਸਾਫ, ਕੋਈ ਕਿਸੇ ਨੂੰ ਮਿਸਤਰੀ ਬਣਾਤਾ, ਕਿਸੇ ਨੂੰ ਕੁਝ ਬਣਾਤਾ, ਸੁਨਾਰ ਬਣਾਤਾ, ਬੈਠੇ ਉਹਨਾਂ ਦਾ ਸੌਦਾ ਵੇਚੀ ਜਾਂਦੇ। ਤੇ ਸਾਰਾ ਦਿਨ ਬਰੀਕੀ ਦੇ ਵਿੱਚ ਐਸੀ ਮੁਨੀਮੀ ਕਰਦੇ ਆ ਉਹਨਾਂ ਦੇ ਵਪਾਰ ਦੀ, ਬਈ ਪੰਜੀ ਨਹੀਂ ਕਿਤੋਂ ਘਟਣ ਦਿੰਦੇ। ਸਾਰਾ ਦਿਨ ਮੈਂ ਮੁਨੀਮ ਬਣ ਕੇ ਰਹਿੰਦੇ ਆ ਵੀ ਨਹੀਂ ਨਹੀਂ ਮੈਂ ਤਾਂ ਬਹੁਤ ਹਿਸਾਬ ਦਾ, ਬਈ ਆਪਾਂ ਕੱਚੇ ਨਹੀਂ ਹੈਗੇ ਹਿਸਾਬ ਦੇ, ਬੜਾ ਹਿਸਾਬ ਨਾਲ ਚੱਲੀਦਾ, ਰੁਪਈਆ ਨਹੀਂ ਇੱਧਰ ਤੋਂ ਇੱਧਰ ਹੋਣ ਦੇਈਦਾ। ਇੰਨੀ ਉਹਨਾਂ ਦੇ ਧਨ ਦੇ ਨਾਲ ਉਦੋਂ ਦੇ ਮੇਲੇ 'ਚੋਂ ਵਿਛੜੇ, ਤੇ ਇੰਨੇ ਉਹਨਾਂ ਦੇ ਨੌਕਰ ਖਾਸ ਬਣ ਗਏ ਆਪਾਂ। ਤੇ ਉਹ ਵੇਖੋ ਕਿੱਡੇ ਬਗੈਰਤ ਨੇ। ਉਹ ਰਾਤ ਨੂੰ ਆਦੇ ਨੇ, ਹਾਂ ਬਈ ਕੀ ਹਿਸਾਬ ਹੋ ਗਿਆ? ਠੀਕ ਹੈ। ਕਹਿੰਦਾ ਚੱਲ ਬਾਹਰ ਨਿਕਲ। ਜਿੰਨਾ ਕਮਾਇਆ, ਜਿੰਨਾ ਸੋਚਿਆ, ਆ ਰਤਨ ਮਿਲੇ ਹੋਏ ਨੇ ਸਵਾਸ, ਕਿਉਂਕਿ ਦਰਗਾਹ ਦੇ ਵਿੱਚ ਇੱਕ ਸਵਾਸਾਂ ਦਾ ਧਨ ਜੈ ਮੰਨਿਆ ਜਾਂਦਾ ਹੈ। ਡਾਲਰ, ਪਾਉਂਡ, ਦਿਨਾਰ, ਕੋਈ ਸੋਨਾ ਹੀਰਾ ਕੋਈ ਉੱਥੇ ਨਹੀਂ, ਸਵਾਸਾਂ ਦੇ ਧਨ ਦੀ ਉੱਥੇ ਖੇਲ ਹੈ। ਤੇ ਇਹ ਆਪ ਦਾ ਧਨ ਇੱਧਰ ਗਵਾਈ ਗਿਆ, ਧਿਆਨ ਉਹਨਾਂ ਦੀ ਪੂੰਜੀ ਇਕੱਠੀ ਕਰਨ 'ਚ, ਉਹਨਾਂ ਦੀ ਸਾਂਭ ਸੰਭਾਈ ਇਕੱਠੀ ਕਰਨ 'ਤੇ। ਔਰ ਜਦੋਂ ਰਾਤ ਪੈਂਦੀ ਤੇ ਆਂਦੇ ਖੜਾ ਹੋ, ਚੱਲ ਭੱਜਾ। ਜਿਹੜੇ ਲੱਖ ਕਰੋੜ ਦਿਨ ਦੇ ਵਿੱਚ ਕਮਾਏ ਨੇ, ਸਰਾਣੇ ਰੱਖ ਕੇ ਸੁੱਤਾ ਹੁੰਦਾ, ਦੱਥੀ ਇੱਧਰ, ਅਲਮਾਰੀ ਦੀ ਚਾਬੀ ਇੱਧਰ, ਚੈੱਕ ਬੁੱਕ ਇੱਧਰ, ਉੱਥੇ ਹੀ ਪਈ ਰਹਿ ਜਾਂਦੀ। ਰਾਤ ਨੂੰ ਦੇਹੀ ਤੋਂ ਅਲੱਗ ਕਰ ਦਿੰਦੇ ਆ, ਭਾਜਾ ਭਾਈ ਸਾਡੇ ਘਰ ਦੇ ਵਿੱਚ ਤੂੰ ਬਾਹਰ ਨਿਕਲ ਜਾ। ਆਹ ਸਾਰਾ ਸਰੀਰ ਉਹਨਾਂ ਦਾ ਘਰ ਹੈ। ਤੇ ਰਾਤ ਨੂੰ ਕੋਈ ਚੇਤਾ ਨਹੀਂ ਹੁੰਦਾ, ਰਾਤ ਨੂੰ ਕੋਈ ਦੁਸ਼ਮਣ ਨਹੀਂ। ਜਦੋਂ ਸਰੀਰ ਚੋਂ ਨਿਕਲ ਕੇ ਕੋਈ ਦੋਸਤ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਮਾਂ ਦਾ ਨਹੀਂ, ਕੋਈ ਪਿਓ ਦਾ ਨਹੀਂ, ਕੋਈ ਪੈਸੇ ਦਾ ਨਹੀਂ ਚੇਤਾ। ਤੇ ਸਗੋਂ ਦੀ ਇੱਥੇ ਕੈਮਰੇ ਲਾ ਜਾਂਦਾ ਵੀ ਸਵੇਰੇ ਆਵਾਂ, ਕੋਈ ਰਾਤ ਨੂੰ ਕੋਈ ਲੁੱਟੀ ਨਾ ਪੈ ਜਾਏ, ਇੰਨਾ ਪਿਆਰ ਪੈ ਜਾਂਦਾ। ਪਰ ਜਦੋਂ ਸਵੇਰੇ ਆਉਂਦਾ ਫਿਰ ਉਹਨੂੰ ਕਹਿੰਦੇ ਨੇ ਚੱਲ ਵੀ ਕਰ ਦਿਹਾੜੀ, ਉਹ ਫਿਰ ਉਧਰ ਪੈ ਜਾਂਦਾ। ਤੇ ਐਸਾ ਪਿਆਰ ਪਾਉਂਦੇ, ਐਸਾ ਪਿਆਰ ਪਾਉਂਦੇ, ਸਮਝਦਾ ਨਹੀਂ ਵੀ ਰਾਤ ਨੂੰ ਮੈਂ ਦੇਹੀ ਤੋਂ ਅਲੱਗ ਹੋ ਕੇ ਜਾਣਾ, ਮੈਨੂੰ ਮੇਰਾ ਮਾਲਕ ਘਰ ਬੁਲਾਉਂਦਾ ਹੈ, ਤੇ ਉਦੋਂ ਮੈਂ ਇਹਨਾਂ ਦੀ ਕੋਈ ਇੱਕ ਅਵਸਥਾ ਨਹੀਂ ਲਿਜਾ ਸਕਦਾ। ਆਹ ਹੁਣ ਆ ਖਾਲੀ ਖਿਲਾਇਆ ਸੂਖਮ, ਇਹਦੇ ਵਿੱਚ ਆਪਾਂ ਜਾਣਾ। ਆਹ ਧਰਤੀ ਹੈ, ਇਹ ਦ੍ਰਿਸ਼ਟਮਾਨ ਹੈ, ਇਹਦੇ ਉੱਤੇ ਆਪਣਾ ਸਰੀਰ ਟਿਕਿਆ। ਆਹ ਸੂਖਮ ਆ ਸਾਰਾ ਖਾਲੀ ਖਿਲਾਇਆ, ਇਹ ਸੱਚਖੰਡ ਹੈ। ਮਹਾਰਾਜ ਨੇ ਕਹਿੰਦਾ ਸੱਚਖੰਡ ਵਸੇ ਨਿਰੰਕਾਰ। ਕਿਹੜਾ ਸੱਚਖੰਡ? ਕਹਿੰਦੇ ਕਰ ਕਰ ਵੇਖੇ ਨਦਰ ਨਿਹਾਲ। ਕਹਿੰਦੇ ਸੱਚਖੰਡ ਦੀ ਨਿਸ਼ਾਨੀ ਕੀ? ਕਹਿੰਦੇ ਤਿੱਥੇ ਖੰਡ ਮੰਡਲ ਵਰਭੰਡ, ਜੇ ਕੋ ਕਥਾ ਤੇ ਅੰਤ ਨੰਦ, ਤਿੱਥੈ ਲੋਏ ਲੋਏ ਆਕਾਰ, ਜਿਵ ਜਿਵ ਹੁਕਮ ਤੇ ਮੈਂ ਤਿਵਕਾਰ। ਉਹ ਸੱਚਖੰਡ ਦੇ ਵਿੱਚ ਧਰਤੀਆਂ ਘੁੰਮ ਰਹੀਆਂ ਨੇ, ਆਕਾਰ ਘੁੰਮ ਰਹੇ ਨੇ। ਆਹ ਸਾਰਾ ਖਾਲੀ ਖਿਲਾ ਸੱਚਖੰਡ ਆ, ਇਹਦੇ ਵਿੱਚ ਜਾਣਾ ਪਾ ਖਾਲੀ, ਇਹਦੇ ਵਿੱਚ ਸਾਰਾ ਸੱਚ ਹੀ ਸੱਚ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਹੁਣ ਜੇ ਕੋਈ ਇੱਥੇ ਕਵੇ ਬਈ ਇੱਥੇ ਇੱਕ ਸੂਈ ਵੀ ਟਿਕਾ ਦਿਓ, ਤੇ ਟਿਕ ਨਹੀਂ ਸਕਦੀ ਯਾਰ, ਡਿੱਗ ਪੈਣਾ। ਠੀਕ ਹੈ ਨਾ? ਆ ਇਹਦੇ ਵਿੱਚ ਐ ਡਿੱਗ ਪੈਣਾ। ਆਹ ਸਾਰਾ ਇਹ ਸਮਝਣ ਦੀ ਬੜੀ ਬਰੀਕੀ ਦੀ ਸੋਚ ਆ। ਸਮਝੋ, ਜਿੰਨਾ ਕਮਾਇਆ ਹੈ, ਜਿੰਨਾ ਸਾਰਾ ਧਨ ਆ, ਅਸੀਂ ਇਸ ਦੇਹੀ ਵਿੱਚੋਂ ਅਲੱਗ ਹੋਣਾ ਤੇ ਇੱਥੇ ਆ ਜਾਣਾ। ਤੇ ਮਾਲਕ ਰੋਜ਼ ਦਾ ਰੋਜ਼ ਜਿਤਾਉਂਦਾ ਪਿਆ ਵੀ ਜਿਹਦੇ ਨਾਲ ਤੂੰ ਪੂਰਾ ਹੈ ਬਿਲਕੁਲ ਜੱਫੀ ਮਾਰ ਕੇ ਬੈਠਾ ਹੋਇਆ, ਤੇ ਬਿਲਕੁਲ ਤੈਨੂੰ ਇੱਧਰ ਘਰ ਦਾ ਖਿਆਲ ਹੀ ਨਹੀਂ ਹੈਗਾ ਵੀ ਕੀ ਹੋਇਆ, ਤੂੰ ਮੇਲੇ ਵਿੱਚ ਵਿਛੜ ਗਿਆ। ਇੱਕ ਦਿਨ ਤਾਂ ਆਪਣਾ ਆਮਣਾ ਸਾਹਮਣਾ ਹੋਣਾ ਹੀ ਹੈ ਨਾ। ਤੇ ਜੇ ਤੂੰ ਮੈਨੂੰ ਪਛਾਣਿਆ ਨਹੀਂ ਤੇ ਅਗਲਿਆਂ ਨੇ ਤਾਂ ਤੈਨੂੰ ਲੈ ਜਾਣਾ, ਵੰਗਾਰਾ ਤੂੰ ਉਹਨਾਂ ਦਾ। ਜੇ ਉਹਨਾਂ ਦੇ ਦੇਸ਼ ਦੇ ਵਿੱਚ ਤੂੰ ਲੈਣ ਦੇਣ ਕਰਦਾ ਰਿਹਾ ਤੇ ਉੱਥੇ ਤੂੰ ਹਿਸਾਬ ਕਿਤਾਬ ਕਰਦਾ ਰਿਹਾ, ਤੇ ਉਹਨਾਂ ਨੇ ਤੇਰੇ ਤੋਂ ਹਿਸਾਬ ਕਿਤਾਬ ਲੈਣਾ। ਜੇ ਤੂੰ ਮੇਰੀ ਬਾਹ ਫੜੇਗਾ ਤੇ ਤੇਰਾ ਕੋਈ ਹਿਸਾਬ ਕਿਤਾਬ ਨਹੀਂ। ਜਿਵੇਂ ਜਦੋਂ ਪਿਓ ਦੇ ਨਾਲ ਜਾਈਏ ਕਿਸੇ ਵੀ ਬਾਜ਼ਾਰ ਦੀ ਦੁਕਾਨ 'ਚ, ਉਦੋਂ ਆਪਦੇ ਪੈਸੇ ਕੱਢਣ ਦੀ ਲੋੜ ਤਾਂ ਨਹੀਂ ਹੁੰਦੀ। ਬਾਹੀਂ ਚੀਜ਼ ਲੈਣੀ ਤੇ ਪਿਓ ਪਾਸੇ ਵੇਖਣਾ, ਤੇ ਪਿਓ ਨੇ ਕੱਢ ਕੇ ਦੇ ਦੇਣੇ। ਇਸ ਕਰਕੇ ਜਦੋਂ ਨਿਰੰਕਾਰ ਦੇ ਨਾਲ ਸਾਡਾ ਸੰਬੰਧ ਹੁੰਦਾ, ਤੇ ਇਸ ਦੀਨ ਦੁਨੀਆ ਦੇ ਦੇਸ਼ ਵਿੱਚ ਜਿੱਥੋਂ ਮਰਜ਼ੀ ਜੋ ਮਰਜ਼ੀ ਲੈ ਲਓ, ਤੇ ਆ ਸੱਚ ਐ ਤਾਂ ਧੌਣ ਘਮਾਣੀ ਨਹੀਂ ਨਾ, ਸਾਹਮਣੇ ਹੀ ਤਾਂ ਹੈਗਾ।
ਇਹਨੂੰ ਵੇਖਣਾ, ਇਹਨੇ ਵੇਖਣਾ ਬੱਚੇ ਨੇ ਚੀਜ਼ ਪਸੰਦ ਕਰ ਲਈ ਤੇ ਇਹਨੇ ਦਵਾ ਦੇਣੀ, ਠੀਕ ਹੈ। ਤੇ ਜੇ ਨਹੀਂ, ਹੁਣ ਜੇ ਪਿਓ ਸਿਰ ਤੇ ਨਹੀਂ ਤੇ ਬਾਜ਼ਾਰ 'ਚ ਚਲੇ ਜਾਓ, ਆਂਦਾ ਪੈਸਾ ਲਿਆ, ਤੇ ਜੇ ਪੈਸੇ ਤੋਂ ਬਿਨਾਂ ਉਹਦੀ ਚੀਜ਼ ਧੱਕੇ ਨਾਲ ਚੁੱਕੋਗੇ ਤੇ ਆਖੇਗਾ ਚੋਰ ਹੈ। ਇਸੇ ਤਰੀਕੇ ਨਿਰੰਕਾਰ ਦੀ ਪਛਾਣ ਨਹੀਂ। ਇਸ ਦੇਸ਼ ਦੇ ਵਿੱਚ ਕੱਚਾ ਧਨ ਕਮਾਉਣ ਦੇ ਵਿੱਚ ਲੱਗੇ ਹੋਏ ਆ। ਕੱਚਾ ਧਨ ਸੰਚੈ ਮੂਰਖ ਗਵਾਰ, ਵਿਖਿਆ ਕੇ ਧਨ ਸਦਾ ਦੁੱਖ ਹੋਏ, ਨਾ ਸਾਥ ਚੱਲੇ ਨਾ ਪ੍ਰਾਪਤ ਹੋਏ। ਇਹ ਵਿਖਿਆ ਦਾ ਧਨ ਹੈ, ਇਹਨੂੰ ਲੱਗੇ ਕਮਾਉਣ। ਕੱਲੀ ਮਾਇਆ ਪੈਸਾ ਹੀ ਨਹੀਂ ਆ, ਸੰਸਾਰ, ਸਰੀਰ, ਆਕਾਰ, ਵਿਚਾਰ ਸਾਰੇ ਮਾਇਆ ਹੀ ਹੈ। ਹੁਣ ਕਹਿੰਦੇ ਵੀ ਉਹ ਦਿਓ ਸਾਨੂੰ, ਤੇ ਉਹਨਾਂ ਦੇ ਪੈਸੇ ਕੋਈ ਦੇ। ਹੁਣ ਆਪ ਦਾ ਧਨ ਹੈ ਨਹੀਂ, ਨਾਮ ਦਾ ਧਨ ਹੈ ਨਹੀਂ, ਤੇ ਉਹ ਕਹਿੰਦੇ ਚੋਰ ਆਪਣੇ ਧਨ ਦੇ ਉੱਤੇ ਜੱਫੀ ਮਾਰਦਾ ਵੀ ਯਾਰ ਪਰਾਇਆ ਧਨ ਹੈ ਨਾ। ਆਪਾਂ ਨੂੰ ਪਤਾ ਹੈ ਵੀ ਇਹਨੇ ਇੱਕ ਦਿਨ ਬਿਨਸ ਜਾਣਾ ਹੈ। ਸਾਡੇ ਬਾਪ ਦਾਦੇ ਨਾਨੇ ਚਾਚੇ ਵੱਡੇ 2-3 ਪੀੜ੍ਹੀਆਂ ਵਾਲੇ ਚਲੇ ਗਏ, ਅਸੀਂ ਵੀ ਚਲੇ ਜਾਣਾ। ਫਿਰ ਜਦੋਂ ਅਸੀਂ ਜਾਣ ਕਰਕੇ ਵੀ, ਬੂਝ ਕਰਕੇ ਵੀ ਅਸੀਂ ਅਗਲੇ ਦੇ ਧਨ ਦੇ ਉੱਤੇ ਜੱਫੀ ਮਾਰਦੇ ਹਾਂ, ਤੇ ਉਹਨੂੰ ਕਹਿੰਦੇ ਨੇ ਡਾਕੂ, ਚੋਰ। ਇਹ ਕਹਿੰਦੇ ਚੋਰ, ਇਹਨੂੰ ਸਜ਼ਾ ਦਿਓ। ਤੇ ਜਦੋਂ ਖੀਰੀ ਸਮੇਂ ਦੇ ਉੱਤੇ ਨਾ ਕੋਈ ਗਵਾਹੀ ਦੇਣ ਹੁੰਦਾ ਹੈ, ਨਾ ਮਾਲਕ ਹੁੰਦਾ ਹੈ, ਨਾ ਇੱਥੇ ਹੁੰਦਾ ਹੈ, ਤੇ ਖੀਰੀ ਸਮੇਂ ਦੇ ਉੱਤੇ ਉਹ ਦਰਗਾਹ ਦੇ ਵਿੱਚ ਧਰਮਰਾਜ ਦੇ ਰਾਹੀਂ ਮਾਲਕ ਨੂੰ ਬੇਨਤੀ ਕਰਦੇ ਨੇ ਵੀ ਇਹ ਸਾਰੀ ਉਮਰ ਚੋਰ ਰਿਹਾ, ਜੋ ਤੁਸੀਂ ਧਨ ਦਿੱਤਾ ਹੈ ਸਵਾਸਾਂ ਦਾ, ਉਹ ਤਾਂ ਇਹ ਗਵਾਹ ਹੈ ਜੀ। ਆਂਦੇ ਹਿਸਾਬ ਕਰੋ ਜੀ ਇਹਦਾ। ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ। ਕਹਿੰਦੇ ਖੱਟੋ, ਕੀ ਪੁੱਛੋ ਵੀ ਇਹਨੂੰ ਕੀ ਖੱਟਿਆ, ਕੀ ਗਵਾਇਆ? ਕਹਿੰਦਾ ਕੁਛ ਵੀ ਨਹੀਂ। ਕਹਿੰਦਾ ਨਾਮ ਦਾ ਤਾਂ ਸਵਾਸ ਇੱਕ ਨਹੀਂ ਨਿਕਲਿਆ। ਕਿਤੇ ਗਲਤੀ ਨਾਲ ਕੋਈ ਸੁਣ 'ਚ ਜਮਾ ਹੋ ਗਿਆ ਹੋਵੇ ਤਾਂ ਹੋ ਗਿਆ ਹੋਵੇ, ਤੇ ਸੱਚ ਨਾਮ ਦੀ ਤਾਂ ਇਹਨੇ ਉਸਤਤ ਨਹੀਂ ਕੀਤੀ, ਤੁਹਾਨੂੰ ਤਾਂ ਯਾਦ ਹੀ ਨਹੀਂ ਕੀਤਾ। ਤੇ ਉਹਨਾਂ ਦੀ ਠੱਗੀ ਕਰਦਾ ਰਿਹਾ ਜੀ ਸਾਰੀ ਉਮਰ। 24,000 ਸਵਾਸ, 1000 ਘੰਟੇ ਦੇ ਲਗਭਗ 1000 ਸਵਾਸ ਹੁੰਦਾ ਹੈ। ਚਲੋ 50-100 ਵੱਧ ਘੱਟ ਵੀ ਜਾਂਦਾ ਹੈ ਸਵਾਸ, ਕਈ ਵਾਰ ਲੰਬਾ ਹੋ ਜਾਂਦਾ, ਕਈ ਵਾਰ ਛੋਟਾ ਹੋ ਜਾਂਦਾ, ਕੋਈ ਤੇਜ਼ ਆ ਜਾਂਦਾ। ਤਕਰੀਬਨ 24,000 ਰੋਜ਼ ਦੇ ਨੇ। ਤੇ ਆਂਦਾ ਕੁਛ ਨਹੀਂ, ਸਾਰਾ ਉਹਨਾਂ ਦੀ ਠੱਗੀ ਕੀਤੀ। ਤੇ ਉਹ ਆਂਦਾ ਲੈ ਜਾਓ, ਫਿਰ ਮੈਂ ਤਾਂ ਤੁਹਾਨੂੰ ਕੁਛ ਨਹੀਂ ਕਹਿੰਦਾ, ਕਰ ਲਓ ਇਹਦੇ ਨਾਲ ਹਿਸਾਬ ਕਿਤਾਬ। ਇਸੇ ਕਰਕੇ ਕਹਿੰਦੇ ਜੇ ਮਾਲਕ ਨਾਲ ਹੋਵੇ, ਦੇਸ਼ ਵੀ ਉਹੀ ਹੈ, ਸੰਸਾਰ ਵੀ ਉਹੀ, ਕਰਮ ਤਾਂ ਛੱਡਣਾ ਹੀ ਨਹੀਂ। ਤੈਨੂੰ ਇਹ ਕਹਿੰਦੇ ਪਿਆ ਵੀ ਮਾਲਕ ਨਾਲ ਸੰਪਰਕ ਕਰ ਲੈ। ਇਹ ਰਾਤ ਨੂੰ ਤੂੰ ਇਹਨਾਂ ਦੀ ਸਾਰਾ ਦਿਨ ਮੁਨੀਮੀ ਕਰਦਾ, ਚਾਕਰੀ ਕਰਦਾ, ਤੇ ਰਾਤ ਨੂੰ ਤੈਨੂੰ ਦੇਹੀ ਦੇ ਵਿੱਚੋਂ ਕੱਢ ਕੇ ਬਾਹਰ ਤੋਰ ਦਿੰਦੇ ਨੇ। ਤੇ ਇਸੇ ਤਰੀਕੇ ਇਹ ਦੇਹੀ ਇੱਕ ਦਿਨ ਇਹਦਾ ਪੈਟਰੋਲ ਖਤਮ ਹੋ ਜਾਣਾ ਹੈ, ਤੇ ਇਹਨਾਂ ਤੈਨੂੰ ਪੱਕਾ ਹੀ ਤੋੜ ਦੇਣਾ। ਤੇ ਇੱਥੇ ਆਉਣ ਦੇ ਲਈ ਗੁੰਜਾਇਸ਼ ਹੀ ਨਹੀਂ ਬਚਣੀ। ਹੁਣ ਤਾਂ ਰਾਤ ਨੂੰ ਜਾਂਦੇ ਅਸੀਂ ਉੱਥੇ ਹੀ ਆ ਜਿੱਥੇ ਮਰ ਕੇ ਜਾਣਾ ਹੈ, ਪਰ ਸਵਾਸ ਪਏ ਹੁੰਦੇ ਨੇ, ਸਵੇਰੇ ਫਿਰ ਪੁੱਠੇ ਆ ਜਾਂਦੇ ਆ। ਰਾਤ ਨੂੰ ਅਸੀਂ ਜਾਂਦੇ ਉੱਥੇ ਹੀ ਆ ਜਿੱਥੇ ਪੱਕਾ ਜਾਣਾ ਹੈ, ਉਹ ਸੁੰਨ 'ਚ ਹੀ ਜਾਂਦੇ ਆ, ਉਸ ਘਰ ਹੀ ਜਾਂਦੇ ਆ, ਪਰ ਸਵਾਸ ਹੁੰਦੇ ਨੇ, ਸਵੇਰੇ ਫਿਰ ਦੁਬਾਰਾ ਭੇਜ ਦਿੰਦਾ। ਇਸੇ ਤਰੀਕੇ ਖੀਰੀ ਪੱਕੇ ਜਾਣਾ, ਉਦੋਂ ਸਵਾਸ ਨਹੀਂ ਹੋਣੇ, ਪੁੱਠੇ ਨਹੀਂ ਆਉਣਾ। ਤੇ ਇਹ ਤਾਂ ਜਦੋਂ ਰਾਤ ਨੂੰ ਨਹੀਂ ਲਿਜਾਣ ਦਿੰਦੇ, ਤੇ ਪਿਛਲੇ ਪਾਰੇ ਨਾਲ ਫਿਰ ਕੀ ਲਿਜਾਣ ਦੇਣਾ? ਇਹ ਮਨੀਮੀ ਕੀਤੀ, ਇੱਥੇ ਰਹਿ ਜਾਣੀ। ਇਹਨਾਂ ਦਾ ਸਵਾਰਿਆ, ਪੂੰਜਿਆ, ਕੀਤਾ, ਖਾਧਾ ਪੀਤਾ ਸਭ ਇੱਥੇ ਰਹਿ ਗਿਆ। ਆਂਦੇ ਤੂੰ ਕੀ ਖੱਟਿਆ ਬਈ? ਉਹਨਾਂ ਦੀ ਸੇਵਾ ਕਰਦਾ ਰਿਹਾ। ਇਹ ਚੰਗਾ ਬਾਜ਼ਾਰ ਦੇ ਵਿੱਚ ਵਿਛੜਿਆ, ਕਹਿੰਦਾ ਉਹਨਾਂ ਦੀ ਸੇਵਾ 'ਚ ਹੀ ਲੱਗਾ ਰਿਹਾ, ਆਪਣੇ ਘਰ ਦਾ ਕੋਈ ਕੰਮ ਕੀਤਾ ਹੀ? ਆਂਦਾ ਘਰ ਦਾ ਕੰਮ ਕਿਹੜਾ ਸੀ? ਤੇ ਕਹਿੰਦੇ ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਲਪਟਿਓ ਮੂੜਾ। ਘਰ ਦਾ ਕੰਮ ਹੀ ਨਹੀਂ ਤੈਨੂੰ ਪਤਾ। ਤੂੰ ਉੱਥੇ ਜਾ ਕੇ ਧਰਮ ਕਰਨਾ ਸੀ। ਆਪਣੇ ਜਿਹੜੇ ਉੱਥੇ ਭੁੱਲੇ ਹੋਏ ਤੇਰੇ ਹੋਰ ਵੀਰ ਭੈਣ ਭਰਾ ਸੱਚ ਤੇਰੇ ਸੰਜੋਗੀ ਸੀ, ਉਹਨਾਂ ਨੂੰ ਪੁੱਠਾ ਮੋੜ ਕੇ ਲਿਆਉਣਾ ਸੀ। ਨਾਮ ਜਪਣਾ ਸੀ ਤੇ ਜਪਾਉਣਾ ਸੀ, ਆਪਣਾ ਭੇਤ ਦੇਣਾ ਸੀ, ਨਿਰੰਕਾਰ ਦਾ ਭੇਤ ਦੇਣਾ ਸੀ, ਤੇ ਤੂੰ ਉਹਨਾਂ ਦੇ ਭੇਤ ਨੂੰ ਹੀ ਫੈਲਾ ਆ। ਆਨੇ ਸਜਾਦ ਹੈ, ਆ ਕੀ ਹੋ ਗਿਆ? ਮੈਂ ਤੇਰੇ ਤੋਂ ਨਾਰਾਜ਼। ਉਹਨਾਂ ਨੂੰ ਕਹਿੰਦੇ ਲੈ ਜਾਓ ਜੀ। ਆਲਾ ਇੱਕ ਵਾਰੀ ਮੌਕਾ ਤਾਂ ਦੇ ਦਿਓ। ਕਹਿੰਦਾ ਪਹਿਲੜਾ ਤਾਂ ਨਿਬੇੜਿਆ, ਫਿਰ ਮੌਕਾ ਵੀ ਦੇ ਦਿਆਂ। ਫਿਰ ਉਹ ਪਹਿਲੜੇ ਨਿਬੜਦੇ ਨੂੰ ਪਤਾ ਨਹੀਂ ਕਿੰਨੇ ਕੁ ਯੁੱਗ ਲੱਗਦੇ ਨੇ, ਜਿਹਨੂੰ ਫਿਰ ਕਹਿੰਦੇ ਨੇ ਫਿਰਤ ਬਹੁਤੇ ਯੁੱਗ ਹਾਰਿਓ। ਤੇ ਕਹਿੰਦੇ ਮਾਨਸ ਦੇ ਲਈ, ਇਹ ਹੁਣ ਮਾਨਸ ਦੇ ਲਈ ਕਿੰਨੇ ਯੁੱਗ ਹਾਰ ਕੇ। ਕਿਉਂ, ਕਿਵੇਂ ਹਾਰੇ ਹੋ? ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ। ਇਹ ਬੈਰ ਵਿਰੋਧ ਕਾਮ ਕ੍ਰੋਧ ਕਰਕੇ ਮਹਾ ਲੋਭ ਕੀਤਾ ਤੁਸੀਂ। ਕਹਿੰਦੇ ਮਹਾ ਲੋਭ ਹੁੰਦਾ ਸੰਸਾਰ ਨੂੰ, ਇੱਕ ਪਿਆਰ ਹੀ ਨਹੀਂ ਕੀਤਾ, ਇੰਨਾ ਪਿਆਰ ਕਰ ਲਿਆ ਵੀ ਇਹਦੇ ਜੋਗੇ ਹੀ ਰਹਿ ਗਏ। ਧਰੋ ਕਮਾਇਆ ਮਾਲਕ ਦੇ ਨਾਲ, ਸਵਾਸ ਉਹਦੇ ਤੋਂ ਲਏ, ਖਰਚੇ ਇੱਥੇ। ਇਆਹੂ ਜੁਗਤ, ਇਸ ਜੁਗਤੀ ਦੇ ਨਾਲ ਤੁਸੀਂ ਕਈ ਜਨਮ ਖਤਮ ਕਰ ਦਿੱਤੇ ਆ। ਤੇ ਹੁਣ ਫਿਰ ਉਹਨੇ ਗਿਣਵੇਂ ਦੇਖਿਆ ਵੀ ਸਾਰੀ 84 ਲੱਖ ਜੂਨ ਸੱਚ ਦੇ ਵਿੱਚੋਂ, ਨਿਰੰਕਾਰ ਦੇ ਦੇਸ਼ ਦੇ ਵਿੱਚੋਂ ਨਿਕਲੀ ਸੀ।
ਸਾਰਿਆਂ ਨੂੰ ਖੇਲ ਖੇਡਣ ਭੇਜਿਆ ਗਿਆ ਸੀਗਾ ਤੇ ਕਾਲ ਨੇ ਇਸੇ ਤਰੀਕੇ ਵਿਚਾਰਾਂ ਦੇ ਵਿੱਚ ਪਾਉਂਦੇ ਪਾਉਂਦੇ ਇੱਕ ਜੂਨ ਨੂੰ ਜਿੱਤਦਾ ਸਾਰੀ 84 ਲੱਖ ਜੂਨ ਜਿੱਤ ਗਿਆ। ਇੱਕ ਜੂਨ ਦੇ ਵਿੱਚ ਲੱਖਾਂ ਕਰੋੜਾਂ ਜੀਵ ਨੇ। ਹੁਣ ਜੇ ਕੋਈ ਕੁੱਤਾ ਹੈ ਤੇ ਕਿੰਨੇ ਕੁੱਤੇ ਆ, ਬਿੱਲੀ ਦੀ ਜੂਨਾਂ ਦੇ 84 ਲੱਖ ਤੱਕ ਕਿਸਮ ਹੈ, ਕਿਸਮ ਉਹ ਕਿਸਮਾਂ ਦੇ ਵਿੱਚ ਕਿੰਨੇ ਫਸੇ ਨੇ, ਹਰੇਕ ਨੂੰ ਜਿੱਤੀ ਜਾਂਦਾ। ਫਿਰ ਕਹਿੰਦੇ ਵੀ ਇਹਨਾਂ ਦਾ ਬਲ ਤੋੜਨਾ ਹੈ। ਅਕਾਲ ਪੁਰਖ ਨੇ ਸਲਾਹ ਕੀਤੀ ਵੀ ਬਲ ਤੋੜੋ ਕਿਸੇ ਤਰੀਕੇ ਇਹਨਾਂ ਦਾ, ਬਈ ਇਹ ਤਾਂ ਸਾਰਿਆਂ ਨੂੰ ਜਿੱਤੀ ਜਾਂਦੇ ਨੇ। ਇਹ ਪੰਜ ਜਿਹੜੇ ਨੇ, ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ। ਇਹਨਾਂ ਦਾ ਬਲ ਤੋੜੋ। ਤੇ ਇਸ ਕਰਕੇ ਕਹਿੰਦੇ ਵੀ ਇਸ ਤਰ੍ਹਾਂ ਕਰੋ ਵੀ ਗਿਣਵੇਂ ਜਿਹੜੇ ਅੱਛੇ ਖਿਡਾਰੀ ਨੇ ਨਾ, ਉਹਨਾਂ ਨੂੰ ਸੂਖਮ ਦੇ ਵਿੱਚੋਂ ਕੱਢੋ ਤੇ ਉਹਨਾਂ ਨੂੰ ਮਾਨਸ ਜਾਮਾ ਦਿਓ, ਉੱਥੇ ਜਾ ਕੇ ਖੇਡਣਗੇ, ਇਹਨਾਂ ਦਾ ਬਲ ਤੋੜਨਗੇ। ਐਵੇਂ ਨਹੀਂ ਮਾਨਸ ਜਾਮਾ ਕਿਸੇ ਨੂੰ ਮਿਲਦਾ। ਮਹਾਰਾਜ ਕਹਿੰਦੇ ਜਨਮ ਰਤਨ ਜਿੰਨੀ ਖਟਿਆ, ਜਿਨ੍ਹਾਂ ਨੂੰ ਜਨਮ ਦਾ ਰਤਨ ਮਿਲਿਆ, ਕਹਿੰਦੇ ਕੌਣ ਨੇ ਉਹ? ਭਲੇ ਸੇ ਵਣਜਾਰੇ, ਬਹੁਤ ਭਲੇ ਵਣਜਾਰੇ ਆ ਆਪਾਂ ਸਾਰੇ, ਬਹੁਤ ਭਲੇ ਵਣਜਾਰੇ ਆ। ਜਿਹਨੂੰ ਕਹਿੰਦੇ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਦੁਲੰਭ ਹੁੰਦਾ ਦੁਰਲਭ, ਬਹੁਤ ਜ਼ਿਆਦਾ ਦੁਰਲਭ ਹੈ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਗੁਰਮੁਖਾਂ ਨੂੰ ਮਿਲਦਾ। ਮਨ ਤਨ ਹੋਏ ਚਲੰਭ, ਪਰ ਕਹਿੰਦੇ ਨੈਲੇ ਤੇ ਦਹਿਲਾ ਉਦੋਂ ਹੋਊਗਾ ਜਦੋਂ ਮਨ ਤਨ ਹੋਏ ਚਲੰਭ, ਜੇ ਸਤਿਗੁਰ ਪਾਇਆ, ਜੇ ਸਤਿਗੁਰ ਦੀ ਪਛਾਣ ਕਰ ਲੈਂਦਾ। ਹੁਣ ਉਹ ਟੀਮ ਭੇਜੀ, ਕਹਿੰਦੇ ਕੱਢੋ ਬੰਦੇ ਤੇ ਇਹਨਾਂ ਦਾ ਜਾ ਕੇ ਬਲ ਤੋੜ ਕੇ ਆਉਣਗੇ। ਉਹਨਾਂ ਨੂੰ ਤਰੀਕੇ ਦੱਸੋ, ਪਹਿਲਾਂ ਸੂਖਮ 'ਚ ਸਾਨੂੰ ਟ੍ਰੇਨਿੰਗ ਮਿਲਦੀ, ਤਰੀਕਾ ਦੱਸੋ, ਨਾਮ ਕਿਵੇਂ ਜਪਣਾ ਜਪਾਉਣਾ ਹੈ, ਕਿਵੇਂ ਖੇਲ ਸਾਰਾ ਵਿਖਾਓ, ਇਹਨਾਂ ਨੂੰ ਭੇਜੋ। ਹੁਣ ਇੱਕ ਜੀਵ ਨੂੰ ਆਕਾਸ਼ ਵਿੱਚੋਂ ਕੱਢ ਲਿਆ, ਆਕਾਸ਼ ਦੀ ਜੂਨ ਉਹ ਭੋਗ ਰਿਹਾ ਸੀਗਾ, ਉੱਥੋਂ ਕੱਢਿਆ। ਇੱਕ ਨੂੰ ਦੇਵਲੋਕ ਵਿੱਚੋਂ ਸੱਦ ਲਿਆ, ਇੱਕ ਨੂੰ ਧਰਤਲੋਕ ਉੱਤੋਂ ਸੱਦ ਲਿਆ, ਇੱਕ ਨੂੰ ਪਤਾਲ ਲੋਕ ਵਿੱਚੋਂ ਕੱਢ ਲਿਆ। ਚਾਰਿਆਂ ਦਾ ਸੰਜੋਗ ਕਰ ਦਿੱਤਾ। ਕੋਈ ਨਹੀਂ ਬੁਲਾਉਂਦੇ, ਚਾਰਾਂ ਦਾ ਸੰਜੋਗ ਬਣ ਗਿਆ। ਤੇ ਜਦੋਂ ਉਹ ਇੱਥੇ ਖੇਡਣ ਵਾਸਤੇ ਪਾਉਂਦੇ ਨੇ ਤੇ ਸ਼ਾਮ ਦੀ ਹੈ ਕਲਾਸ ਨਹੀਂ, ਹੁਣ ਲਾ ਲਈ 10 ਮਿੰਟ ਹਾਂਜੀ ਨਹੀਂ, ਫਿਰ ਮੈਂ ਇੱਕ ਰਸ ਬਣਿਆ ਹੋਇਆ ਸੀ, ਮੈਂ ਹਾਂ ਮੈਂ ਲਾ ਲੈਨੇ 10 ਮਿੰਟ, ਫਿਰ ਕਹਾਣੀ ਫਿਰ ਮੈਨੂੰ ਟਾਈਮ ਧਿਆਨ ਨਹੀਂ ਰਿਹਾ, ਮੈਂ ਅੱਗੇ ਰੱਖਿਆ ਨਹੀਂ ਅਜੇ। ਤੇ ਉਹ ਚਾਰਿਆਂ ਨੂੰ ਫਿਰ ਜਦੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ, ਟ੍ਰੇਨਿੰਗ ਦੇ ਕੇ ਸਾਡੇ ਵਿੱਚ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਕਾਲ ਦਾ ਬਲ ਤੋੜਨਾ, ਚੱਲ ਕੇ ਉੱਥੇ ਸ਼ਬਦ ਦਾ ਅਭਿਆਸ ਕਰਨਾ, ਉੱਥੋਂ ਆਉਣਾ ਜਾਣਾ, ਉੱਥੇ ਜਾ ਕੇ ਤੁਸੀਂ ਜੋਤ ਨੂੰ ਪ੍ਰਗਟ ਕਰ ਲੈਣਾ, ਨਾਮ ਨੂੰ ਪ੍ਰਗਟ ਕਰ ਲੈਣਾ, ਤੇ ਦੂਜਿਆਂ ਨੂੰ ਵੀ ਜਾ ਕੇ ਸਮਝਾਉਣਾ। ਜਦੋਂ ਇਹਨਾਂ ਨੂੰ ਟੀਮ ਨੂੰ ਦਿੱਤਾ, ਸਾਰਿਆਂ ਦੇਖਿਆ, ਤੇ ਕਾਲ ਵੀ ਦੇਖਦਾ ਵੀ ਮਾਲਕ ਦੇ ਦੇਸ਼ ਦੇ ਵਿੱਚੋਂ ਇਹ ਟੀਮ ਆ ਰਹੀ, ਤੇ ਉਹ ਆਪਦੇ ਪੰਜਾਂ ਨੂੰ ਟ੍ਰੇਨਿੰਗ ਦੇ ਰਿਹਾ। ਇਹ ਸਾਰਾ ਖੇਲ ਸੂਖਮ ਵਿੱਚ ਚੱਲਦਾ, ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੱਸੀ। ਇਧਰੋਂ ਗੁਰਮੁਖਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੂਖਮਹਿਲ ਦੇ ਵਿੱਚ, ਇਧਰੋਂ ਕਾਲ ਆਪਦੇ ਪੰਜਾਂ ਨੂੰ ਟ੍ਰੇਨਿੰਗ ਦੇ ਰਿਹਾ। ਤੇ ਇਹ ਪੰਜ ਇਧਰ ਆਪ ਦੀ ਰਿਹਰਸਲ ਕਰਨ ਲੱਗੇ ਨੇ। ਇਹ ਕਾਮ ਦੀ ਰਿਹਰਸਲ ਕਰ ਰਿਹਾ, ਕ੍ਰੋਧ ਦੀ ਰਿਹਰਸਲ ਕਰ ਰਿਹਾ, ਲੋਭ ਦੀ ਰਿਹਰਸਲ ਕਰ ਰਿਹਾ, ਵੀ ਆਉਂਦਿਆਂ ਫੜਨੇ ਵਿਚਾਰ ਦੇਣੇ, ਜਿਵੇਂ ਟੀਮ ਦੋਨੋਂ ਪਾਸੇ ਡੰਡ ਬੈਠਕਾਂ ਮਾਰਦੀ। ਇਸੇ ਤਰੀਕੇ ਜਦੋਂ ਫਿਰ ਇਹਨਾਂ ਨੂੰ ਮਾਨਸ ਜਨਮ ਦੇ ਕੇ ਇਧਰ ਸੰਜੋਗ ਕੀਤਾ ਜਾਂਦਾ ਹੈ, ਨਾਲੋਂ ਨਾਲ ਇਹ ਕਾਲ ਦੇ ਪੰਜ ਦੂਤ ਤੇ ਮਾਇਆ ਜਿਹੜੀ ਹੈ ਇਹ ਆਪਦਾ ਕਾਰਜ ਸ਼ੁਰੂ ਕਰ ਦਿੰਦੀ ਹੈ। ਬੱਚਾ ਇਧਰ ਨਿਕਲਿਆ, ਇਧਰੋਂ ਇਹ ਪੁਹਾਲੀ ਦਿੰਦੇ ਆ। ਪੁਹਾਲੀ ਕਿਵੇਂ ਦਿੰਦੇ ਆ? ਵੀ ਬੱਚਾ ਜਦੋਂ ਗਰਭ ਦੇ ਵਿੱਚ ਹੁੰਦਾ, ਉਹਦਾ 10ਵੇਂ ਘਰ ਦੇ ਨਾਲ ਕਨੈਕਸ਼ਨ ਹੁੰਦਾ ਹੈ। ਜਿਉਂ ਹੀ ਉਹ ਇਧਰ ਨਿਕਲਦਾ ਉਹਨੂੰ ਹੌਂਕਾ ਦਿੰਦੇ ਨੇ। ਬੱਚਾ ਜਦੋਂ ਨਿਕਲਦਾ ਹੌਂਕਾ ਲੈਂਦਾ, ਮੁੱਖ ਤਾਣੀ ਜਿਵੇਂ ਹੀ ਸਵਾਸ ਗਿਆ ਤੇ ਜਿਹੜੀਆਂ ਈੜਾ, ਪਿੰਗਲਾ, ਸੁਖਮਣਾ, ਇਹ ਤਿੰਨੇ ਨਾੜੀਆਂ ਬਰਾਬਰ ਚੱਲਦੀਆਂ ਸੀ। ਜਦੋਂ ਬੱਚੇ ਨੇ ਹੌਂਕਾ ਲਿਆ, ਹੌਂਕਾ ਲੈਂਦਿਆਂ ਮੁੱਖ ਤਾਣੀ ਸਵਾਸ ਅੰਦਰ ਗਿਆ, ਜਿਹੜੀ ਸੁਖਮਣ ਹੈ ਉਹ ਸੁੰਗੜ ਜਾਂਦੀ ਏ, ਈੜਾ ਤੇ ਪਿੰਗਲਾ ਜਿਹੜੀ ਆ ਇਹ ਖੱਬੀ ਸੱਜੀ ਕਦੇ ਵੱਧ ਘਟ ਕੇ ਚੱਲਣ ਲੱਗੀਆਂ ਨੇ। ਉੱਥੇ ਜਿਹੜਾ ਉਹ ਨਾਮ ਚੱਲਦਾ ਸੀ ਲਗਾਤਾਰ ਖਤਮ। ਚਾਰ ਪਦਾਰਥ ਲੈ ਜਾ ਗਾਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ, ਇੱਕ ਵਸਾਰੇ ਤਾਂ ਪਿੜ ਹਾਰੇ। ਕੀ ਵਸਾਰਿਆ? ਕਹਿੰਦੇ ਅੰਦਲੇ ਨਾਮ ਵਸਾਰਾ ਹੈ, ਨਾਮ ਵਸਾਰਾ ਕਾਲ ਨਹੀਂ ਕੀਤੀ, ਜਿਹਨੂੰ ਕਹਿੰਦੇ ਦੇ ਪੁਆਰੀ ਪੁਰਖ ਵਧਾਤੇ ਬਹੁਤ ਜਨਮਾਂ ਦੇ। ਹੁਣ ਕਹਿੰਦੇ ਉਹ ਨਾਮ ਵਿਸਰ ਗਿਆ, ਜਿਹੜਾ ਨਾਮ ਚੱਲ ਰਿਹਾ ਸੀ ਅੰਦਰ। ਪ੍ਰਕਾਸ਼ ਦੇ ਸਨਮੁਖ ਸੀ, ਪ੍ਰਕਾਸ਼ ਵਿਸਰ ਗਿਆ, ਨਾਮ ਵਿਸਰਿਆ, ਤੇ ਉਹ ਪ੍ਰਕਾਸ਼ ਇੱਥੋਂ ਆਸੁਰਾਂ ਗਲਤ ਕਰ ਦਿੱਤੀਆਂ ਇਹਨਾਂ ਨੇ, ਦਰ ਬੰਦ ਕਰ ਦਿੱਤਾ। ਇੱਥੋਂ ਖੁੱਲਾ ਆਇਆ ਸੀ, ਇੱਥੋਂ ਦਰ ਸਾਡਾ ਪਹਿਲਾਂ। ਜਦੋਂ ਦਰ ਬੰਦ ਹੋਇਆ, ਸਾਹਮਣੇ ਸੱਚ ਵਿਸਰ ਗਿਆ, ਨਾਮ ਵਿਸਰ ਗਿਆ। ਤੇ ਉਹ ਜਿਹੜੇ ਚਾਰੋਂ ਆਏ ਸੀ, ਪਰ ਫਿਰ ਵੀ ਉਹਨਾਂ ਦੀ ਭਗਤੀ ਸੀ। ਪਰ ਜਿਹੜੀ ਪਤਾਲ ਲੋਕ ਵਾਲੇ ਦੀ ਭਗਤੀ ਸਭ ਤੋਂ ਘੱਟ ਹੁੰਦੀ ਹੈ, ਭੂਮ ਵਾਲੇ ਦੀ ਉਸ ਤੋਂ ਵੱਧ ਹੁੰਦੀ ਹੈ, ਆਕਾਸ਼ ਦੀ ਉਸ ਤੋਂ ਵੱਧ ਹੁੰਦੀ ਹੈ, ਦੇਵਲੋਕ ਵਾਲੇ ਦੀ ਉਸ ਤੋਂ ਵੱਧ ਹੁੰਦੀ ਹੈ। ਤੇ ਕਾਲ ਨੇ ਉਸੇ ਚੀਜ਼ ਦਾ ਫਾਇਦਾ ਚੁੱਕਿਆ। ਹੁਣ ਜਦੋਂ ਇਹ ਚਾਰੇ ਪਰਿਵਾਰ ਦੇ ਵਿੱਚ ਆਏ ਨੇ ਤੇ ਇਹਨਾਂ ਦਾ ਵਿਚਾਰਾਂ ਦਾ ਭੇੜ ਕਰਾ ਦਿੱਤਾ। ਜਿਹੜਾ ਪਤਾਲ ਲੋਕ ਵਿੱਚੋਂ ਆਇਆ ਉਹ ਭੁੱਲ ਗਿਆ, ਇੱਥੇ ਪਾਉਣ ਦੇ ਵਿੱਚ ਆ ਗਿਆ, ਕਿਉਂਕਿ ਜਿਹੜਾ ਮਨ ਹੈ ਉਹ ਸ਼ਬਦ ਲੋਕ ਵਿੱਚੋਂ ਹੈ,
ਇੱਧਰ ਆ ਕੇ ਜਿਹੜਾ ਪਾਉਣ ਦਾ ਖੇਲ ਹੈ, ਉੱਥੇ ਪਾਉਣ ਨਹੀਂ ਹੈਗੀ ਜਿੱਥੋਂ ਅਸੀਂ ਆਉਣੇ ਆ, ਹਵਾ ਨਹੀਂ ਹੈਗੀ ਉੱਥੇ। ਹੁਣ ਪਤਾਲ ਲੋਕ ਵਾਲਾ ਹੈ ਜਿਹੜਾ, ਉਹ ਕਿਉਂਕਿ ਪਤਾਲ ਦੀਆਂ ਜੂਨਾਂ ਚੋਂ ਆਇਆ, ਉਹ ਕਾਮ ਕਰੋ ਲੋਭ ਹੰਕਾਰ ਦਾ ਨਰੋੜ ਸੰਗ ਲੈਣ ਲੱਗਾ। ਉਹ ਕਹਿੰਦਾ ਵੀ ਮੈਨੂੰ ਲੋੜ ਨਹੀਂ ਕਹਿਣ ਦੀ ਵੀ ਨਾਮ ਜਪਣਾ, ਮੈਂ ਜੋ ਮਰਜ਼ੀ ਕਰਾਂ, ਨਸ਼ਾ ਕਰਾਂ, ਪੱਤਾ ਕਰਾਂ, ਘੁੰਮਾਂ ਫਿਰਾਂ, ਸਿੱਧੀ ਗੱਲ ਹੈ। ਇੱਕ ਪਰਿਵਾਰ 'ਚ ਰਲੇ ਨੇ। ਜਿਹੜਾ ਭੂਮ ਲੋਕ ਦੇ ਵਿੱਚੋਂ ਆਇਆ ਉਹ ਕਹੇਗਾ ਵੀ ਇਹ ਨਾਮ ਨੂੰ ਕੁਛ ਨਹੀਂ ਹੁੰਦਾ, ਘਰ ਵਪਾਰ ਆਪਦਾ ਸੰਭਾਲੋ, ਬੱਚੇ ਸੰਭਾਲੋ, ਘਰ ਗ੍ਰਸਤੀ ਸੰਭਾਲੋ। ਉਹ ਰਜੋਗੁਣੀ ਹੈ। ਉਹ ਆਖੇਗਾ ਆਪਦਾ ਕਮਾਓ ਖਾਓ ਸਮੋ ਟਾਈਮ ਨਾਲ ਤੇ ਮੈਨੂੰ ਡਿਸਟਰਬ ਨਾ ਕਰਿਆ ਕਰੋ, ਉਹ ਰਜੋਗੁਣੀ। ਜਿਹੜਾ ਆਕਾਸ਼ ਲੋਕ ਵਿੱਚੋਂ ਆਇਆ ਉਹ ਇੱਥੇ ਆ ਕੇ ਕਹਿਣ ਲੱਗਾ ਵੀ ਸਿਰਫ ਗੁਰਬਾਣੀ ਜਾਂ ਗਿਆਨ ਜਾਂ ਕਥਾ ਇਹੀ ਸਭ ਕੁਛ ਹੈ, ਹੋਰ ਕੋਈ ਪ੍ਰੈਕਟੀਕਲ ਕੁਛ ਨਹੀਂ ਹੁੰਦਾ, ਗੱਲਾਂ ਮਾਰਦੇ ਆ। ਉਹ ਜਤ ਸਤ ਸੰਜਮ ਕਰਨ ਲੱਗਾ, ਦਾਨ ਪੁੰਨ ਕਰਨ ਲੱਗਾ, ਲੰਗਰ ਲਾਉਣ ਲੱਗਾ, ਪਾਣੀ ਵੰਡਣ ਲੱਗਾ, ਪੈਸੇ ਵੰਡਣ ਲੱਗਾ। ਤੇ ਉਹਨੂੰ ਉਸੇ ਵਿੱਚ ਹੀ ਕਹਿੰਦੇ ਸੀਲ ਸੰਜਮ ਕੇ ਨਿਕਟ ਕੋਈ, ਉਹਨੂੰ ਉਸੇ ਵਿੱਚ ਹਉਮੈ ਦੇ ਦਿੱਤੀ ਬਈ ਤੂੰ ਦਾਨੀ ਪੁੰਨੀ ਇੰਨਾ ਵੱਡਾ ਹੈ, ਤੂੰ ਅੱਜ ਤੱਕ ਕਿਸੇ ਦਾ ਮਾੜਾ ਕੀਤਾ? ਉਹਨੂੰ ਅੰਦਰੋਂ ਕਹਿੰਦਾ ਨਹੀਂ ਕੀਤਾ। ਤੇ ਕਹਿੰਦੇ ਇੰਨਾ ਵੱਡਾ ਹੈ ਤੂੰ, ਤੇ ਤੈਨੂੰ ਕੌਣ ਰੋਕ ਜਾਏਗਾ? ਉਹ ਆਪਦੇ ਦਾਨ ਪੁੰਨ ਕਰਕੇ ਉਹਨੂੰ ਥੋੜਾ ਜਿਹਾ ਗਿਆਨ ਦੇ ਦਿੱਤਾ, ਇਲਾਕੇ 'ਚ ਉਹਦੀ ਸ਼ੋਭਾ ਕਰਵਾ ਦਿੱਤੀ, ਉਹਦਾ ਸੁਭਾਅ ਇੱਕ ਸਤੋਗੁਣੀ ਬਣਾ ਦਿੱਤਾ, ਉਹਨੂੰ ਉੱਥੇ ਫਸਾ ਲਿਆ। ਤੇ ਜਿਹੜਾ ਦੇਵਤਾ ਹੈ, ਦੇਵਤਾ ਜਿਹੜਾ ਦੇਵਲੋਕ ਵਿੱਚੋਂ ਆਉਂਦਾ ਉਹਦੀ ਭਗਤੀ ਜ਼ਿਆਦਾ ਹੁੰਦੀ, ਕਿਉਂਕਿ ਦੇਵਤੇ ਜਿਹੜੇ ਨੇ ਉਹ ਸੂਖਮ ਦੇ ਵਿੱਚ ਇੱਥੋਂ ਸਾਰਾ ਖੇਲ ਦੇਖਦੇ ਆ, ਨਾਮ ਦਾ ਸੱਚ ਦਾ ਖੇਲ ਦੇਖਦੇ ਆ। ਉਹ ਨਾਮ ਜਪਦਾ। ਹੁਣ ਜਦੋਂ ਨਾਮ ਜਪਦਾ ਸਤੋਗੁਣੀ ਉਹਨੂੰ ਕਹਿੰਦਾ ਵੀ ਇਹ ਨਾਮ ਨੂੰ ਕੁਛ ਨਹੀਂ ਹੁੰਦਾ, ਬਸ ਅੱਛਾ ਆਚਰਣ, ਦਾਨ ਪੁੰਨ, ਸੇਵਾ ਕਰਿਆ ਕਰ, ਜੋੜਿਆਂ ਦੀ ਸੇਵਾ ਕਰਿਆ ਕਰ, ਇਹ ਕਰੇ ਬਾ, ਹੋਰ ਕੋਈ ਇਹ ਅਨਹਦ ਨਾਮ ਸੱਚ ਨਹੀਂ ਹੁੰਦਾ। ਉਹ ਆਂਦਾ ਬਾਣੀ ਪੜਿਆ ਕਰ ਸਿਰਫ, ਹੋਰ ਨਹੀਂ ਕੁਛ ਕਰਨਾ, ਯਾਦ ਕਰ ਲੈ, ਮੰਤਰ ਯਾਦ ਕਰ ਲੈ, ਸਿਰਫ ਵੇਦ ਸ਼ਲੋਕ ਪੜ੍ਹ, ਹੋਰ ਕੁਛ ਨਹੀਂ ਕਰਨਾ, ਗੁਰਦੁਆਰੇ ਜਾਇਆ ਕਰ ਸਵੇਰੇ ਸ਼ਾਮ। ਉਹ ਮਤਲਬ ਸਤੋਗੁਣੀ ਸਮਝ ਗਿਆ ਨਾ, ਸਿਰਫ ਸਤੋਗੁਣੀ ਹੈ, ਉਹ ਨਾਮ ਦੀ ਨਹੀਂ ਕਰ ਰਿਹਾ ਮਹਿਮਾ। ਤੇ ਜਿਹੜਾ ਇੱਕ ਪਰਿਵਾਰ ਦੇ ਵਿੱਚ ਇਹਨਾਂ ਦੇ ਭੂਮ ਲੋਕ ਚੋਂ ਆਇਆ ਉਹ ਕਹਿੰਦਾ ਤੁਸੀਂ ਦੋਨੋਂ ਮੂਰਖ ਜੇ, ਇਹ ਕਰਮ ਕਰਨਾ ਚਾਹੀਦਾ, ਕਰਮ ਹੀ ਧਰਮ ਹੈ, ਕਰਮ ਹੀ ਭਗਵਾਨ ਹੈ, ਤੁਸੀਂ ਸਵੇਰੇ ਸ਼ਾਮ ਜਾਓ ਦੁਕਾਨ ਤੇ ਜਾਓ ਆਓ ਉਹੀ ਕਰੋ। ਹੁਣ ਜਿਹੜਾ ਪਤਾਲ ਲੋਕ ਵਿੱਚੋਂ ਆਇਆ ਉਹ ਕਹਿੰਦਾ ਤੁਸੀਂ ਤਿੰਨੇ ਬੇਵਕੂਫ ਜੇ, ਕੁਛ ਨਾ ਕਰੋ, ਕੋਈ ਰੱਬ ਨਾਮ ਦੀ ਚੀਜ਼ ਨਹੀਂ ਹੈ, ਖਾਓ ਪੀਓ ਤੇ ਆਨੰਦ ਲਓ ਬਸ। ਉਹ ਪੜਾ ਦਿੱਤੇ। ਤੇ ਹੁਣ ਉਹਨੂੰ ਤਰਸ ਆਇਆ ਵੀ ਵੇਖੇ ਸੀ ਇਹ ਜਿੱਤਣ ਵਾਸਤੇ ਤੇ ਇਹ ਆਪਸ 'ਚ ਹੀ ਝਗੜ ਗਏ ਨੇ। ਕਿੰਨੇ ਝਗੜਾਏ? ਕਹਿੰਦੇ ਕਾਲਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਮਾਇਆ, ਇਹਨਾਂ ਨੇ ਫੜ ਲਿਆ। ਤੇ ਫਿਰ ਵੇਖਣ ਲੱਗਾ, ਫਿਰ ਇਹ ਚੀਜ਼ ਵੇਖ ਕੇ ਆਂਦਾ ਵੀ ਇਹਨਾਂ ਦੇ ਵੱਸ ਦੀ ਗੱਲ ਨਹੀਂ। ਇਹ ਫਿਰ ਉੱਥੇ ਜਾ ਕੇ ਖਤਮ ਹੋ ਗਿਆ। ਵੇਖਦਾ ਕਿ ਕੌਣ ਦਾ ਉਹ ਕਾਮ ਕ੍ਰੋਧ ਲੋਭ ਮੋਹ ਘਰ ਆਪਦੀ ਪ੍ਰੈਕਟਿਸ ਕਰਦੇ ਨੇ। ਉਹ ਆਉਂਦਾ, ਉਹ ਕ੍ਰੋਧ ਉਹਨੂੰ ਅੰਦਰੋਂ ਪੁਰਨਾ ਦਿੰਦੇ, ਉਹ ਫਸ ਜਾਂਦਾ, ਲੋਭ ਦਿੰਦਾ ਫਸ ਜਾਂਦਾ ਬਲ। ਫਿਰ ਸੁੰਨ ਦੇ ਵਿੱਚੋਂ ਇੱਕ ਪ੍ਰਗਟ ਕੱਢਦਾ, ਉਹਨੂੰ ਭੇਜਦਾ। ਸੁੰਨ ਵਾਲਾ ਜਿਹੜਾ ਹੁੰਦਾ ਹੈ ਇਹ ਪਹਿਲੋਂ ਪਤਾਲ ਲੋਕ ਹੈ, ਫਿਰ ਧਰਤੀ ਹੈ, ਫਿਰ ਆਕਾਸ਼ ਹੈ, ਫਿਰ ਦੇਵ ਲੋਕ ਹੈ, ਉਸ ਤੋਂ ਉੱਪਰ ਸੁੰਨ ਲੋਕ ਹੈ, ਜਿਹਦੇ ਵਿੱਚ ਆਮ ਤੌਰ ਤੇ ਸਾਡੇ ਸਿੰਘ ਸਮਾਏ ਹੋਏ ਨੇ, ਸ਼ਹੀਦ ਸਿੰਘ ਸਮਾਏ ਹੋਏ ਨੇ, ਜਿਹੜੇ ਕਰਨੀ ਵਾਲੇ ਸਿੰਘ ਸਮਾਏ ਹੋਏ ਨੇ, ਉਹ ਉਸ ਪੁਆਇੰਟ ਤੇ ਬੈਠੇ ਨੇ। ਇੱਥੇ ਇਹ ਚਾਰੇ ਖੰਡ ਨੇ। ਉੱਥੋਂ ਭੇਜਦਾ ਜਿੰਦੇ ਜਿਹੜਾ ਪਹਿਲੋਂ ਨਾਮ ਦੇ ਵਿੱਚ ਸਮਾਇਆ ਹੋਇਆ ਜਿਹੜਾ ਭਗਤੀ ਵਾਲਾ ਜੀਵ ਹੈ, ਉਹ ਸ਼ਹੀਦ ਕਾਲਪੁਰਖ ਦੀ ਫੌਜ ਹੈ, ਖਾਲਸਾ ਕਾਲਪੁਰਖ ਦੀ ਫੌਜ, ਖਾਲਸੇ ਉੱਥੇ ਹੈ। ਉੱਥੋਂ ਫਿਰ ਜਦੋਂ ਵੇਖਦਾ ਪਰਲੋ ਮੱਚ ਗਈ ਹੈ ਵੀ ਸਾਰੇ ਨਹੀਂ, ਉਹਨੂੰ ਕਹਿੰਦਾ ਹੁਣ ਤੁਸੀਂ ਜਾਓ। ਉਹ ਫਿਰ ਨਾਮ ਦੀ ਕਮਾਈ ਵਾਲਾ ਸਿੰਘ ਹੁੰਦਾ, ਉਹਨੂੰ ਚਾਹੇ ਇੱਥੇ ਮਾਦਾ ਦੇ ਰੂਪ ਵਿੱਚ ਭੇਜ ਦੇਵੇ, ਚਾਹੇ ਨਰ ਦੇ ਰੂਪ ਵਿੱਚ ਭੇਜ ਦੇਵੇ, ਉਹ ਮਨ ਨੂੰ ਹੀ ਸਿੰਘ ਕਹਿ ਦਿੱਤਾ। ਜਦੋਂ ਇੱਥੇ ਆ ਕੇ ਉਹ ਫਿਰ ਆ ਕੇ ਇੱਥੇ ਜਦੋਂ ਪ੍ਰਚਾਰ ਕਰਦੇ ਨੇ, ਉਹ ਦੱਸਦੇ ਨੇ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਤੁਸੀਂ ਭੁੱਲ ਗਏ ਜੇ, ਤੁਹਾਨੂੰ ਸਾਰਿਆਂ ਨੂੰ ਭੇਜਿਆ, ਤੁਸੀਂ ਆਪਦੇ ਸਵਾਸਾਂ ਦਾ ਧੰਨ ਲਵੋ, ਇੱਥੇ ਤੁਸੀਂ ਜੱਫੀ ਮਾਰ ਕੇ ਬਹਿ ਗਏ ਜੇ, ਇਹ ਵਿਸਰ ਜਾਣਾ ਜੀ। ਉਹ ਇੰਨੇ ਹੋ ਜਾਂਦੇ ਨੇ, ਉਹਦਾ ਵਿਰੋਧ ਸ਼ੁਰੂ ਕਰ ਦਿੰਦੇ ਨੇ, ਕਹਿੰਦੇ ਇਹ ਕੀ ਕਹਿੰਦਾ ਪਿਆ, ਇਹ ਗਲਤ ਹੈ, ਕਿਉਂਕਿ ਉਹ ਪੰਜਾਂ ਵਸ ਪੈ ਗਏ ਨਾ, ਤੇ ਪੰਜਾਂ ਨੇ ਵਿਰੋਧ ਕਰਾਉਣਾ। ਉਹਨਾਂ ਨੇ ਕਥਾ ਉਹਦੀ ਸੁਣਨ ਨਹੀਂ ਦੇਣੀ। ਤੇ ਆਲਾ ਮਹਾਂਪੁਰਖਾਂ ਨੇ ਤਾਂ ਆਖਿਆ ਵੀ ਬ੍ਰਹਮ ਦਾ ਗਿਆਨ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ, ਤੇ ਇਹ ਤਾਂ ਕਮਲਾ ਐਵੇਂ ਦੱਸੀ ਜਾਂਦਾ। ਉਹਨਾਂ ਦੇ ਮਨ 'ਚ ਪਾ ਦਿੱਤਾ, ਕਹਿੰਦਾ ਦੱਸਣਾ ਨਹੀਂ ਕਿਸੇ ਨੂੰ, ਤੇ ਜੇ ਦੱਸਾਂਗੇ ਨਾ ਤੇ ਉਹ ਨਿਕਲਣਗੇ ਕਿਵੇਂ? ਅਖੀਰ ਤਾਂ ਸਾਰਿਆਂ ਨੂੰ ਘਰ ਭੇਜਣਾ ਹੈ। ਹਾਂ ਵੀ ਉਹਨੂੰ ਨਾ ਦੱਸੋ ਜਿਹੜਾ ਟੀਚਰ ਕਰਦਾ, ਜਿਹੜਾ ਬਹੁਤ ਥੱਲੇ ਚਲਾ ਗਿਆ, ਉਹਨੂੰ ਦੱਸਣ ਦੀ ਕੋਈ ਲੋੜ ਨਹੀਂ। ਚਲੋ ਉਹਦਾ ਜਦੋਂ ਸਮਾਂ ਆਵੇਗਾ ਕਿਤੇ ਮਾੜੀ ਮੋਟੀ ਉਹਦੀ ਭਗਤੀ ਖੁੰਝੇਗੀ, ਜਾਂ ਉਹਨੂੰ ਨਾਮ ਜਪਾਓ, ਜਦੋਂ ਨਾਮ ਜਪ ਮਨ ਸਾਫ਼ ਹੋਊਗਾ ਉਹ ਸੁਣਨ ਦੇ ਲਾਇਕ ਹੋ ਜਾਏਗਾ। ਸੋ ਇਸੇ ਕਰਕੇ ਵੀ ਜਿਹੜਾ ਇਹ ਖਜ਼ਾਨਾ ਹੈ ਇਹ ਲੁਕਾਉਣ ਦਾ ਖਜ਼ਾਨਾ ਨਹੀਂ, ਗੁਰਬਾਣੀ ਗੁਰੂ ਨੇ ਬੜਾ ਸ਼ੁੱਧ ਕਰਕੇ ਬੜੇ ਖੁੱਲੇ ਵਰਤਾਰੇ ਵਰਤਾਏ ਆ, ਤੇ ਇਹਨੂੰ ਆਪਾਂ ਸੁਣ ਕੇ ਤੇ ਕਮਾਉਣਾ, ਕਮਾ ਕੇ ਆਪਾਂ ਸਾਰੇ ਘਰ ਜਾਣ ਲਈ ਆਏ ਆ। ਇੱਧਰ ਦਾ ਜਿਹੜਾ ਧਨ ਹੈ ਇਹਨੂੰ ਆਪਾਂ ਜੱਫੀ ਨਹੀਂ ਪਾਉਣੀ,
ये कच्चा धन है, इनू सिर्फ आपां खेलना जरूर है, कमाउणा जरूर है, छड्डना नहीं, पर ये नाम के दायरे में रह के तुसीं इधर विचरना सीख जाओ। जदों सच के नाम के दायरे में तुसीं इधर रह के चलोगे, इधर ना तो तुहाडी कोई पकड़ होवेगी, ना तुहानूं ये धन जिहड़ा आ वो अट्रैक्ट कर सकेगा, क्योंकि तुसीं नाम दे नाल सन्मुख सच दे नाल रहोगे। वो ये आ भी नाम सच प्रगट होने तो पहलों तुसीं किवें चलना। हुण कर्म करदिआं तुसीं नाल गुरमंत्र दा, जिहनूं कहंदे सिमर सिमर हर कारण करना, सिमरदिआं होइआं शब्द नूं सिमरदिआं होइआं इत्थे कारण करने आ, सारे कर्म करने आ, क्योंकि कर्म ही ने। मनमुख ऐसे कर्म करदा वो मालक तो दूर होया पिया। कहंदे ना कर्मी आपो अपनी, कोई नेड़े कोई दूर। मनमुख ऐसे कर्म करता है मालक तो बहुत दूर है, गुरमुख ऐसे कर्म करते हैं मालक तो बहुत नेड़े आ, को नेड़े आ को दूर। ते ਉਹ कर्म तुसीं सिख लो जिहदे नाल तुसीं मालक दे बिल्कुल नेड़े हो जाना है। ते ਉਹ ਕਿਹੜਾ कर्म है? कहते फिर सिखो शब्द प्यारे हो, जन्म मरण की टेक, मुख उज्जड़ सदा सुखी, नानक सिमरत एक। आओ फिर थोड़ा जिहा ਆਪਾਂ अभ्यास सीखिए। ये सिमरन का करते हुए गुरमंत्र करते तुसीं कर्म करना है, मालक के नेड़े रहोगे। जिवें जिवें फिर शब्द ते सच प्रगट होंदा जाएगा, अमृत रस हो जाएगा, होर नेड़े होंदे जाओगे। हाँ जी, जिवें जिवें एक एक पैंडा अगे चलते जाओगे, मालक होर हज़ारां पैंडे तुहाडे बन्ने भज्जा आवेगा। ते ये प्रैक्टिकल करना है। ये मैं तुहानूं दस दिता है, जिहड़े परिवारां विच विचारां दी फुट पैंदी है, उहदा भी की कारण है। कोई कितों आया, कोई कितों आया, ते जे आपां सारे रल के सिमरन करांगे, जिन्होंने कहते हैं होवो कत्तर मिलो मेरे भाई, दुविधा दूर करो लिव लाए, हर नामे के होवो जोड़ी, गुरमुख बैसो सभा विछाए, इन बिद पासा ढालो मेरे वीर। ठीक है ना, सारे जो आप रल के वो पताल वाला भी आकाश वाला भी जो सिमरन करांगे, सिमरन के नाल दूजे विचार खत्म हो जाते हैं, एक विचार वो तुहाडी एक मत हो जाएगी। एक कहेगा दूजा सत्य करके मनेगा, दूजा कहेगा तीजा सत्य करके मनेगा। जे सिमरन ना करनगे तो विचारां च उलझे रहणगे। कौन उलझाउणगे? पंज उलझाउंदे आ, मन दा नहीं कोई कसूर। मन तो फुरना लैंदा ही नहीं। ये अंदर जिहड़े पंज ने साडे, वो सानूं विचार दिंदे ने, ते मन नूं सच दा पता नहीं, वो विचार लेकिन नैगेटिव हो जाता है। जिवें दा जे काम ने देता काम पासे चल पिया, लोभ ने देता लोभ पासे चल पिया, हंकार ने देता हंकार पासे चल पिया। ये इन्नी माड़ी दुर्दशा हुई पई है। तेनों विचारां नूं ही रोकना है। विचार रोकण तो भाव है जिहड़े अनाप शनाप नैगेटिव विचार ने जिहड़े सानूं गलत कर दिंदे आ, वो रुक जाने आ। जिहड़ा सहज सुभा कर्म दा जिन्ना कि जरूरी विचार है वो चली जाना है, वो ਉਹਦੇ वास्ते कोई लोड़ नहीं। सो यही आपां गुरबाणी गुरु तो सीखना है। सो जिहड़ी अपनी क्लास सीगी 11 ਤੋਂ 1, थोड़ा जिहा मैं चलो लेट आया सी, तां ही मैं कहा भी पूरा कर दईए। ते बाकी सारे गुरमुखां ने बड़े आनंद दे नाल सहयोग दिता है। थोड़ा जिहा सिमरन करके समाप्ति करिए। करीबन 1:15 होए ने, 10-15 मिनट आपां उपर लैने। हाँ जी, करो शुरू जी। वाहिगुरू 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 जी का खालसा